वाहिगुरू जी का खालसा वाहिगुरू जी की फतेह। सारी संगत का अज के प्रोग्राम विच स्वागत है जी। तो सात संगत जी, हर मंगलवार जैसे आप जी को पता है पिछले काफ़ी समय तो ज्ञानी अमृतपाल सिंह जी लुधियाने वाले वो साडे नाल भट्ट साहबान के सवैयां की विचार कर रहे हैं। ये विषय जिहड़ा है भट्ट साहबान के जिहड़े सवैये ने लैंगुएज करके और उन्होंने जो वैसे जी कंपोजिशन है वो करके ये आम बाणियां नालों काफ़ी औखी बाणी है भट्ट साहबान के सवैये। तो जिसले आम असी संगत असी लोग पाठ करते हैं तो इस बाणी ते आके काफ़ी कई बारी समझण सोचण की जरूरत होती है। तो उचारण पक्षों, अर्थ पक्षों और ओदी शब्दों की बनतर पक्षों ज्ञानी जी ने पिछले कई महीनों तो बड़े वधिया तरीके नाल, बड़ी मेहनत नाल सानू एक एक अखर जिहड़ा ओहदा व्याकरणक पक्ष इनकलूडिंग दैट उन्होंने बड़े अच्छे तरीके नाल सानू समझाया। और हुण वो पिछले हफ्ते और इस हफ्ते वो सारे की समरी कर रहे हैं, क्योंकि बाणी भी लंबेरी है और जिस तरह मैं बेनती की है बाणी थोड़ी जी सरल ना होने करके वो काफ़ी समा लग गया। तो कई मेरे वर्गे हालात होंगे भी पिछला भुल जाता है, अगला सुनीदा वो ताज़ा ताज़ा बड़ा वधिया लगता है, फिर कई बार भुल जाता है, ये अक्सर हो जाता है। तो इस करके ज्ञानी जी ने ये समरी जी है दोबारा रिवाइज कर रहे हैं। तो अज भी वो कंटिन्यू करेंगे। मैं उन्होंने बेनती कर रहा ज्ञानी अमृतपाल सिंह जी जो कृपा करके शुरू कर जी। वाहिगुरू जी का खालसा वाहिगुरू जी की फतेह। सत्कारयोग चेयरमैन सिख मिशनरी कॉलेज सरदार हरजीत सिंह जी ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਅਤੇ ਇਸ ਸਰਕਲ ਨਾਲ ਜੁੜੇ ਹੋਏ ਸਾਰੇ ਗੁਰਮੁਖ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਚਾਰ ਗੁਰੂਆਂ ਦੇ, ਪੰਜ ਗੁਰੂਆਂ ਦੇ ਸਿਫਤ ਸਲਾਹ ਦੇ ਵਿੱਚ ਉਚਾਰਨ ਕੀਤੇ ਹੋਏ ਜਿਹੜੇ ਭੱਟਾਂ ਦੇ ਸਵਈਏ ਨੇ ਉਹਨਾਂ ਦੀ ਵਿਚਾਰ ਅਸੀਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ, ਸ਼ਾਇਦ ਮੈਨੂੰ ਯਾਦ ਹੈ ਕਿ ਮਾਰਚ ਤੋਂ ਅਸੀਂ ਇਹ ਵਿਚਾਰ ਆਰੰਭ ਕੀਤੀ ਹੋਈ ਸੀ, ਜਿਸ ਦੇ ਤਹਿਤ ਅਸੀਂ ਪਿਛਲੇ ਹਫਤੇ ਇਹ ਸਾਰੀ ਵਿਚਾਰ ਕੰਪਲੀਟ ਕੀਤੀ ਹੈ। ਤੇ ਪਿਛਲੇ ਹਫਤੇ ਅਸੀਂ ਪੰਜਾਂ ਗੁਰੂ ਸਾਹਿਬਾਨਾਂ ਦੀ ਸਿਫਤ ਸਲਾਹ ਦੇ ਸਵਈਆਂ ਦੀ ਸਮਰੀ ਜਿਹੜੀ ਹੈ ਉਹਦੀ ਵਿਚਾਰ ਕਰ ਰਹੇ ਸਾਂ। ਤੇ ਇਸ ਸਮਰੀ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਵਈਆਂ ਦੀ ਅਸੀਂ ਵਿਚਾਰ ਕਰ ਰਹੇ ਸੀ। ਉਹ ਜਿਹੜੇ ਸਵਈ ਮੈਂ ਇੱਥੇ ਕੱਢ ਰਿਹਾ ਵਾਂ ਤੇ ਤਾਂ ਕਿ ਉਹਨੂੰ ਮੈਂ ਡਿਸਪਲੇ ਵੀ ਕਰ ਸਕਾਂ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਕਿੱਥੇ ਇਹ ਕਾਰਜ ਕਰ ਰਹੇ ਹੈਗੇ ਆ। ਹਾਂਜੀ, ਹੁਣ ਇਹ ਜਿਹੜੀ ਸਵਈਆਂ ਦੀ ਵਿਚਾਰ ਅਸੀਂ ਕਰਨ ਜਾ ਰਹੇ ਹਾਂ, ਇਹਨਾਂ ਦੇ ਵਿੱਚ ਭੱਟ ਗਿਆਨੰਦ ਜੀ ਤੋਂ ਅਸੀਂ ਅਗਲੀ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਇੱਥੇ ਸੰਖੇਪ ਮਾਤਰ ਆਪ ਜੀ ਨੂੰ ਦੱਸਦੇ ਹਾਂ, ਨਾਲੇ ਮੈਂ ਇੱਥੇ ਹੁਣ ਸਕਰੀਨ ਦੇ ਉੱਪਰ ਡਿਸਪਲੇ ਵੀ ਕਰਦੇ ਹਾਂ ਤਾਂ ਕਿ ਸਾਨੂੰ ਵਿਚਾਰ ਕਰਨੀ ਸੌਖੀ ਹੋ ਜਾਏ। ਮੈਂ ਇੱਥੇ ਆਪ ਜੀ ਨੂੰ ਹੁਣ ਡਿਸਪਲੇ ਕਰਨ ਲੱਗਿਆ ਜੀ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਸਲਾਹ ਦੇ 60 ਸਵਈਏ ਉਚਾਰਨ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਭੱਟ ਕਲਸਹਾਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ 13 ਸਵਈਏ, ਭੱਟ ਨਲ ਜੀ ਦੇ 16, ਭੱਟ ਗਿਆਨ ਜੀ ਦੇ 13, ਭੱਟ ਮਥੁਰਾ ਜੀ ਦੇ 7, ਭੱਟ ਬਲ ਜੀ ਦੇ 5, ਭੱਟ ਕੀਰਤ ਜੀ ਦੇ 4 ਅਤੇ ਭੱਟ ਸਲ ਜੀ ਦੇ 2 ਸਵਈਏ। ਇਹਨਾਂ ਦੇ ਵਿੱਚੋਂ ਭੱਟ ਕਲਸਹਾਰ ਅਤੇ ਭੱਟ ਨਲ ਜੀ ਦੇ
13 ਤੇ 16 ਸਵਈਆਂ ਸੰਬੰਧੀ ਅਸੀਂ ਵਿਚਾਰ ਸਮਰੀ ਜਿਹੜੀ ਹੈ ਪਿਛਲੇ ਹਫਤੇ ਕਰ ਚੁੱਕੇ ਹਾਂ ਅਤੇ ਭੱਟ ਗਿਆਨ ਜੀ ਦੇ ਜਿਹੜੇ 13 ਸਵਈਏ ਨੇ ਉੱਥੋਂ ਅਸੀਂ ਅੱਜ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਭੱਟ ਗਿਆਨ ਜੀ ਨੇ ਜਿਵੇਂ ਪਿਛਲੇ ਪੱਟਾਂ ਨੇ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ ਉਸੇ ਤਰ੍ਹਾਂ ਸਿਫਤ ਕੀਤੀ। ਪਹਿਲੇ ਹੀ ਸਵਈਏ ਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਸਤਿਗੁਰੂ ਪਾਤਸ਼ਾਹ ਦੀ ਸਿਫਤ ਕਰਦਿਆਂ ਇਹ ਕਥਨ ਕਹੇ ਨੇ ਕਿ ਗੁਰੂ ਜਹਾਜ਼ ਹੈ, ਗੁਰੂ ਖੇਵਟ ਹੈ। ਗੁਰੂ ਜਿਹੜਾ ਹੈ ਉਹ ਐਸਾ ਜਹਾਜ਼ ਹੈ ਜਿਹੜਾ ਜੀਵ ਨੂੰ ਵਿਕਾਰਾਂ ਦੇ ਸਮੁੰਦਰ ਤੋਂ ਤਾਰਦਾ ਹੈ, ਐਸਾ ਮਲਾਹ ਹੈ ਔਰ ਗੁਰੂ ਦੀ ਕਿਰਪਾ ਤੋਂ ਬਿਨਾਂ ਅੱਜ ਤੱਕ ਕਦੀ ਕੋਈ ਤਰਿਆ ਨਹੀਂ ਹੈ। ਔਰ ਪ੍ਰਭੂ ਵੀ ਜਿਹਨੇ ਪ੍ਰਾਪਤ ਕਰਨਾ ਹੈ ਉਹਨੂੰ ਗੁਰੂ ਦੀ ਕਿਰਪਾ ਲੈਣੀ ਪਏਗੀ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰ ਪ੍ਰਸਾਦ ਕੀ ਹੈ ਅਸੀਂ ਪਿੱਛੇ ਕਾਫੀ ਲੰਮੀ ਵਿਚਾਰ ਕਰ ਚੁੱਕੇ ਹਾਂ। ਗੁਰ ਪ੍ਰਸਾਦ ਹੈ ਗੁਰੂ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਹੈ ਗੁਰੂ ਦਾ ਗਿਆਨ। ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਗਿਆਨ ਦਿੰਦਾ ਹੈ, ਅਗਿਆਨਤਾ ਕੱਟ ਦਿੰਦਾ ਹੈ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਜਦੋਂ ਗੁਰੂ ਗਿਆਨ ਦਿੰਦਾ ਹੈ ਤੇ ਗੁਰੂ ਦੇ ਗਿਆਨ ਸਦਕਾ ਸਾਨੂੰ ਰੱਬ ਦੇ ਬਾਰੇ ਪਤਾ ਲੱਗਦਾ ਹੈ ਕਿ ਰੱਬ ਕਿੱਥੇ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਹੁਣ ਰੱਬ ਦੇ ਨੇੜੇ ਵਸਦੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗਿਆਨ ਲਿਆ, ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਜਿਹੜੀ ਲੜੀ ਬਾਕੀ ਭੱਟ ਸਾਹਿਬਾਨ ਗੁਰੂ ਸਾਹਿਬਾਨਾਂ ਪ੍ਰਤੀ ਉਚਾਰਦੇ ਰਹੇ ਉਸੇ ਨੂੰ ਭੱਟ ਗਿਆਨ ਜੀ ਨੇ ਉਚਾਰਿਆ ਹੈ। ਗੁਰੂ ਨਾਨਕ ਨਿਕਟ ਵਸੈ ਬਨਵਾਰੀ। ਇੱਥੇ ਗੁਰੂ ਨਾਨਕ ਨਿਕਟ ਨਹੀਂ ਅਸੀਂ ਕਰਨਾ ਵੀ ਗੁਰੂ ਨਾਨਕ ਦੇ ਨੇੜੇ। ਜੇ ਇਸ ਤਰ੍ਹਾਂ ਹੁੰਦਾ ਤੇ ਨਿਕਟ ਸੰਬੰਧਕ ਕਰਕੇ ਨਾਨਕ ਦੇ ਕੱਕੇ ਦੀ ਔਂਕੜ ਕੱਟੀ ਜਾਣੀ ਸੀ। ਪਰ ਇੱਥੇ ਨਿਕਟ ਦਾ ਸੰਬੰਧ ਬਨਵਾਰੀ ਨਾਲ ਹੈ। ਗੁਰੂ ਨਾਨਕ ਨਿਕਟ ਵਸਿਆ ਬਨਵਾਰੀ। ਗੁਰੂ ਨਾਨਕ ਪਾਤਸ਼ਾਹ ਪ੍ਰਭੂ ਦੇ ਨੇੜੇ ਵਸਦੇ ਹਨ। ਤਿੰਨ ਲਹਿਣਾ ਥਾਪ ਜੋਤ ਜਗ ਧਾਰੀ, ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਹਪਿਓ। ਉਹੀ ਰੀਤ ਜਿਹੜੀ ਪਿੱਛੋਂ ਚਲਦੀ ਆ ਰਹੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗਿਆਨ ਦਾ ਖਜ਼ਾਨਾ ਭਾਈ ਲਹਿਣੇ ਦੀ ਝੋਲੀ ਪਾਇਆ, ਗੁਰੂ ਅੰਗਦ ਦੇਵ ਪਾਤਸ਼ਾਹ ਬਣਾ ਦਿੱਤਾ। ਉਹੀ ਖਜ਼ਾਨਾ ਚਲਦੇ ਚਲਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਸ ਹੁਣ ਪਹੁੰਚ ਗਿਆ। ਇਸ ਖਜ਼ਾਨੇ ਨੇ ਕੀ ਕੀਤਾ, ਇਸ ਗਿਆਨ ਨੇ ਕੀ ਕੀਤਾ, ਸਾਰੀਆਂ ਉਲਝਣਾਂ ਖਤਮ ਕਰ ਦਿੱਤੀਆਂ। ਕੋਈ ਉਲਝਣ ਬਾਕੀ ਬਚੀ ਨਹੀਂ, ਸਭ ਕੁਝ ਸੁਲਝ ਗਿਆ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ, ਗੁਰੂ ਮੁਖ ਮੱਚਾ, ਸ਼੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਆਮ ਤੌਰ ਤੇ ਕੁੰਡਲਨੀ ਹੁੰਦੀ ਜੋਗੀਆਂ ਨਾਲ ਸੰਬੰਧਿਤ ਉਹਨਾਂ ਦਾ ਕਾਰਜ ਕਿ ਈੜਾ ਰਾਹੀਂ ਪਿੰਗਲਾਂ ਦੇ ਰਾਹੀਂ ਸਵਾਸ ਉੱਪਰ ਚੜਾਣੇ, ਸੁਖਮਨਾ ਚ ਲਿਆ ਕੇ ਟਿਕਾਣੇ, ਸੁਖਮਨਾ ਤੇ ਲਿਆ ਕੇ ਫਿਰ ਆਪਣੇ ਦਸਮ ਦੁਆਰ ਨੂੰ ਖੋਲਣਾ। ਫਿਰ ਉਹ ਆਖਦੇ ਨੇ ਇਸ ਤਰ੍ਹਾਂ ਸਾਨੂੰ ਰੱਬ ਦਿਸ ਜਾਂਦਾ ਹੈ। ਪਰ ਸਤਸੰਗਤ ਵਿੱਚ ਆ ਕੇ ਕੁੰਡਲਨੀ ਸੁਲਝ ਗਈ। ਇਹੋ ਜਿਹੇ ਕੁੰਡਲੀਆਂ ਦੇ ਚੱਕਰਾਂ ਤੋਂ ਸਿੱਖ ਮੁਕਤ ਹੋ ਗਿਆ, ਕਿਉਂਕਿ ਗੁਰੂ ਨੇ ਪਹਿਲਾਂ ਹੀ ਬਾਣੀ ਚ ਕਹਿ ਦਿੱਤਾ ਇਹ ਕੁਝੇ ਕੰਮ ਨੇ, ਇਹ ਭੈੜੇ ਕੰਮ ਨੇ ਜਿਹੜੇ ਸਿੱਖ ਨਹੀਂ ਕਰਦਾ। ਈੜਾ ਪਿੰਗਲਾ ਸੁਖਮਨ ਬੰਦੇ, ਇਹ ਅਵਗਣ ਕਤ ਜਾਹੀ, ਇਹ ਔਗਣ ਨੇ, ਛੱਡ ਦੇਣਾ ਔਗਣਾਂ ਨੂੰ। ਕਿਹੜੇ ਚੱਕਰਾਂ ਚ ਪਿਆ ਹੋਇਆ, ਕੁਝੇ ਕੰਮ ਨੇ ਇਹ। ਉਸ ਤੋਂ ਅੱਗੇ ਦਸਮ ਦੁਆਰ ਖੁੱਲਣ ਦੀ ਗੱਲ ਹੁੰਦੀ ਕਿ ਜਦੋਂ ਦਸਮ ਦੁਆਰ ਖੁੱਲੇਗਾ ਫਿਰ ਰੱਬ ਦਿਸੇਗਾ। ਸਤਿਗੁਰੂ ਪਾਤਸ਼ਾਹ ਨੇ ਉਹਨੂੰ ਵੀ ਬਾਣੀ ਚ ਕੰਡੈਮ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣਗੇ ਦਸਮ ਦੁਆਰ ਦਾ ਖੁੱਲਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਜਾਂਦਾ, ਮਨ ਚੋਂ ਵਿਕਾਰ ਨਹੀਂ ਖਤਮ ਹੁੰਦੇ, ਬਲਕਿ ਇਹੋ ਜਿਹਾ ਮਨੁੱਖ ਮੂਰਖ ਹੈ ਤੇ ਇਹਨਾਂ ਚੱਕਰਾਂ ਚ ਭਟਕਦਾ ਫਿਰਦਾ ਹੈ। ਅਸੀਂ ਗੁਰਬਾਣੀ ਚ ਬਚਨ ਪੜ੍ਹਦੇ ਹਾਂ, ਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਏਦਾਂ ਮਨ ਪਵਿੱਤਰ ਨਹੀਂ ਹੁੰਦਾ ਕਿ ਕੋਈ ਦਸਮ ਦੁਆਰ ਖੋਲਣ ਦੀ ਕੋਸ਼ਿਸ਼ ਕਰੇ। ਇਹ ਮੂਰਖ ਏਦਾਂ ਭਟਕਦਾ ਫਿਰਦਾ ਹੈ, ਇਹ ਮੂਰਖ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਇਹ ਮੂਰਖ ਭਟਕਦਾ ਫਿਰਦਾ ਹੈ। ਸਾਹ ਨੂੰ ਤਾਂ ਲਿਆ ਕੇ ਈੜਾ ਪਿੰਗਲਾ ਸੁਖਮਨਾ ਤੇ ਲਿਆ ਕੇ ਦਸਮ ਦੁਆਰ ਖੋਲਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਸਾਹ ਤਾਂ ਠਾਂ ਕਰਾਂਗਾ ਤਾਂ ਰੱਬ ਮਿਲੇਗਾ। ਦੇਖੋ ਗੁਰਬਾਣੀ ਨੇ ਬੜਾ ਸੌਖਾ ਜਿਹਾ ਕੰਸੈਪਟ ਦੁਨੀਆ ਸਾਹਮਣੇ ਰੱਖਿਆ। ਇੱਕ ਓਂਕਾਰ ਸਾਡਾ ਬੇਸ ਹੈ। ਅਕਾਲ ਪੁਰਖ ਇੱਕ ਹੈ, ਕਾਰ ਮਨੇ ਸਾਰਿਆਂ ਵਿੱਚ ਹੈ।
मेरे विच भी प्रभु है, तुहाडे विच भी है, तीजे विच भी है, चौथे विच भी है, पशु पंछियां विच, वनस्पति च, सब थावां ते सब गोबिंद है, सब गोबिंद है, गोबिंद बिन नहीं कोई। बड़ा सिंपल जिहा कंसैप्ट है, एक ओंकार सारियां विच, घट घट मैं हर जू बसै, संतन क्यों पुकार। हुण तुहाडे च रब देखण वास्ते मैनूं साह तां ठां करन दी की लोड़ है? साह तां ठां करांगा तां पता लगेगा तुहाडे च रब है। गल ते समझण दी है भी तुहाडे च रब है, इन्ना बहुत है। जिस दिन मैं समझ जावांगा तुहाडे विच रब है, तुहाडे बारे मैं चंगा सोचांगा, क्योंकि मैं रब बारे सोच रहा। जदों समझ पै गई तुहाडे च रब है, मैं तुहानूं मिठा बोलांगा, क्योंकि मैं अपने रब नाल गल करन लग्या। जदों समझ आ गई तुहाडे च रब है, मेरे हत्थ तुहाडी सेवा करनगे, तुहाडा नुकसान नहीं करनगे। गल ते समझण दी सी कि तुहाडे च रब है, इन्नी गल समझण वास्ते मैनूं अपने साह तां ठां करन दी की लोड़ पई है। बस इन्नी गल कि घट घट मैं हर जू बस है। यही सतगुरु दे सिफत संबंधी भट ज्ञान जी ने बचन कहे, कुंडलनी सुरजी सतसंगत परमानंद गुरु मुख मचा, श्री गुरु साहिब सब उपर मन बच क्रम सेविया सच्चा। ये तीन तरीके ने सेवन दे। रब का जिन्हें सिमरन करना है, रब की याद जिन्हें जुड़ना है, उन्होंने मन बचन क्रम करके सेवना पेगा। गुरु नू, गुरु के ज्ञान नू, रब नू, प्रभु नू मन करके। सारे विच प्रभु है, जे सारे च प्रभु है तो मैं मन करके किसी का बुरा नहीं सोच सकता, मैं मन करके उसदा भला सोचांगा। जे सारे विच प्रभु है तो मेरा गुरु का ज्ञान मेरे अंदर वसिया मैनूं सिक्ख्या दे रहा है, फिर जदों मैं बोलांगा मिठे बोल बोलांगा, मैं किसी को कौड़ा नहीं बोल सकता। किनू गाल कड्डांगा? रब नूं। किहदी निंदिया चुगली करांगा? रब दी। मैं जदों भी बोलन लगांगा रब चेते आ जाएगा, ये उहदा सिमरन है, उन्होंने चेते करना। जदों चेते आ जाएगा मैं बुरा नहीं बोलांगा। क्रम मैंने कर्म, जदों मैं कर्म करन लगांगा मैनूं रब चेते आ जाएगा, तुहाडे च बैठे मैं तुहाडी जेब नहीं कटनी, तुहाडे च बैठे मैं तुहाडे ते हथ नहीं चुकना, मैं तुहानूं मारना नहीं, तुहाडा हक खोना नहीं। जिस दिन इन्नी गल की समझ आ जाती है रब सारियां विच है, उदों मन बचन कर्म करके 24 घंटे सिमरन हो जाता है। सास सास सिमरो गोविंद, ये 24 घंटे का सिमरन है। जदों भी सोचन लगो वाहिगुरू चित आवे, जदों भी बोलन लगो वाहिगुरू चित आवे, जदों भी कर्म करन लगो वाहिगुरू चित आवे। उदों की होएगा? सोचन लग्या असीं ते चंगा सोचांगे, समाज का भला भी उहदे विचों पैदा होएगा। बोलन लग्या असीं ते मिठा बोलांगे, किसी दूजे नूं भी खुशी मिल जाएगी। कर्म करन लग्या असीं ते चंगे कर्म करांगे, उहदे नाल समाज की सेवा होएगी, दूजे का भी भला होएगा। चित आवन का सदका सब सुख होवे। जिवें गुरु साहब ने बाणी च मन बच कर्म का सिद्धांत दिता सी, उदां ही भट ज्ञान जी ने फॉलो किया उहनूं। अज असीं गुरु नानक पातशाह तो बाद अज 550 साल तो उपर समा हो गया, असीं उस सिद्धांत नूं फॉलो नहीं कर पा रहे कि जिन्हां नूं उस जमाने दे कट्टर ब्राह्मण जिहड़े अपने धर्म सनातन दे कर्मां च पक्के सन, उन्हां ने कुछ समय दे विच ही फॉलो कर लिया सी और समझ लिया सी गुरु नानक साहब दे सिद्धांत नूं कि श्री गुरु साहिब सब उपर मन बच क्रम सेविया सच्चा। सचमुच गुरु ने एडा वड्डा ज्ञान मनुखता दी झोली पा दिता कि आओ तुहानूं रब दे सिमरन नाल जोड़दे आ। जदों सोचो चंगा सोचो, रब नूं देख के सोचो, जदों बोलो रब नूं देख के बोलो, जदों कर्म करो रब नूं देख के कर्म करो। इन्नी वधिया कीमती सोच मनुखता दी झोली पा दित्ती। बस जदों उन्होंने देखा ना कि गुरु नानक दे घर ने एक नवी सोच दे दी जगत नूं कि जंगलां पहाड़ां च रटन करन दी तुहानूं लोड़ नहीं, 24 घंटे हरेक श्वास रब नूं चेते करो, सारियां विच वसदा है। हर एक बारे चंगा सोचो, हर एक नाल मिठा बोलो, हर एक दे संबंधी हत्थीं सेवा करो, कर्म शुभ करो। ते जिस गुरु ने एडी कीमती सोच दी होएगी, जिस दिन समझ लग जाएगी ना कि सोच कितनी महान है, उस दिन अपने आप जुबान तो निकलता है वाह गुरु। पहली बार भट ज्ञान जी ने यह शब्द वरत्या अपने सवैयां विच गुरु अर्जन देव पातशाह दे समय, वाह गुरु वाह गुरु वाह गुरु वाह जियो वाह अद्भुत। उस गुरु की सिफत वाह नाल कीती, वाह विशेषण है, गुरु नाम है। ते केवल ये नहीं भी वाह ही किया, सत भी किया। गुरु सच है, गुरु सच है, गुरु सच है। जिवें गुरु की सिफत वाह करके कीती, सच करके भी कीती। सतगुरु 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 गोबिंद जीओ,
सच है गुरु, सच सदैव सच, गुरु सच है। ਇਹ ਦੋਨੋਂ ਵਿਸ਼ੇਸ਼ਣ ਨੇ, ਵਾਹ ਵੀ ਤੇ ਸੱਚ ਵੀ, ਜਿਹੜੇ ਗੁਰੂ ਨਾਮ ਦੇ ਨਾਲ ਲੱਗੇ ਹੋਏ ਨੇ। ਤੇ ਇਹ ਬਾਅਦ ਵਿੱਚ ਵੀ ਆ ਸਕਦੇ ਨੇ। ਗੁਰੂ ਸੱਚ ਵੀ ਹੋ ਸਕਦਾ ਹੈ, ਸਤ ਗੁਰ ਵੀ ਹੋ ਸਕਦਾ ਹੈ, ਗੁਰੂ ਸਤ ਵੀ ਹੋ ਸਕਦਾ ਹੈ। ਏਦਾਂ ਹੀ ਵਾਹ ਗੁਰੂ ਵੀ ਹੋ ਸਕਦਾ ਹੈ, ਗੁਰੂ ਵਾਹ ਵੀ ਹੋ ਸਕਦਾ ਹੈ। ਵਿਸ਼ੇਸ਼ਣ ਭਾਵੇਂ ਅੱਗੇ ਲਾ ਲਓ ਭਾਵੇਂ ਪਿੱਛੇ ਲਾ ਲਓ, ਇਹ ਤੇ ਵਿਸ਼ੇਸ਼ਣ ਹੈ। ਔਰ ਵਿਸ਼ੇਸ਼ਣ ਫਾਰਸੀ ਵਿੱਚ ਹੈ, ਵਾਹ ਸ਼ਬਦ ਫਾਰਸੀ ਦਾ ਹੈ, ਗੁਰੂ ਸੰਸਕ੍ਰਿਤ ਦਾ ਸ਼ਬਦ ਹੈ, ਨਾਉ ਹੈ। ਅਸੀਂ ਬਾਣੀ ਚ ਵੀ ਪੜ੍ਹਦੇ ਹਾਂ, ਨਾਨਕ ਦਾਸ ਕਹੋ ਗੁਰ ਵਾਹ, ਉੱਥੇ ਗੁਰ ਪਹਿਲੇ ਵਾਹ ਬਾਅਦ ਵਿੱਚ ਹੈ। ਗੁਰੂ ਦੀ ਸਿਫਤ ਹੈ। ਭੱਟਾ ਨੇ ਗੁਰੂ ਦੀ ਸਿਫਤ ਕੀਤੀ, ਗੁਰੂ ਨੂੰ ਕਿਤੇ ਵਾਹ ਕਹਿ ਕੇ ਸਤਿਕਾਰ ਦਿੱਤਾ, ਕਿਤੇ ਗੁਰੂ ਨੂੰ ਸਤ ਕਹਿ ਕੇ ਸਤਿਕਾਰ ਦਿੱਤਾ। ਇਹ ਦੋਨੋਂ ਵਿਸ਼ੇਸ਼ਣ ਗੁਰੂ ਤੋਂ ਅਲੱਗਾ ਨੇ, ਗੁਰੂ ਨਾਮ ਤੋਂ ਅਲੱਗਾ ਨੇ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਉਹਨਾਂ ਨੇ ਗੁਰੂ ਨੂੰ ਸੱਚ ਕਹਿ ਕੇ ਸਨਮਾਨਿਤ ਕੀਤਾ, ਮਾਣ ਦਿੱਤਾ, ਜਾਂ ਸੱਚ ਕਹਿ ਕੇ ਗੁਰੂ ਦੀ ਸਿਫਤ ਕੀਤੀ ਕਿ ਗੁਰੂ ਸੱਚ ਹੈ। ਭੱਟ ਗਿਆਨਤ ਜੀ ਦੇ ਕੁੱਲ ਜਿਹੜੇ ਨੇ ਉਹ 13 ਸਵਈਏ ਨੇ। ਫਿਰ ਉੱਥੇ ਸ੍ਰੀ ਵੀ ਕਹਿ ਕੇ ਸਨਮਾਨ ਦਿੱਤਾ। ਸ੍ਰੀ ਮੈਨੇ ਸ਼ੋਭਨੀਕ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਇੱਥੇ ਹੁਣ ਗੁਰੂ ਪਹਿਲਾਂ ਆ ਗਿਆ, ਸਤ ਬਾਅਦ ਚ ਆ ਗਿਆ। ਅੱਗੇ ਦੂਸਰਾ ਵਿਸ਼ੇਸ਼ਣ ਆ ਗਿਆ ਸ੍ਰੀ, ਸ਼ੋਭਾਦਾਇਕ, ਸ੍ਰੀ ਸਨਮਾਨਯੋਗ, ਆਦਰ ਸਤਿਕਾਰ ਵਾਸਤੇ ਇਹ ਸ਼ਬਦ ਜਿਹੜਾ ਹੈ ਉਹ ਸ੍ਰੀ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਭੱਟ ਮਥੁਰਾ ਜੀ ਨੇ 7 ਸਵਈਏ ਸਤਿਗੁਰੂ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਗਏ। ਉਹਨਾਂ ਦਾ ਪਹਿਲਾ ਸਵਈਏ ਇੱਥੋਂ ਸ਼ੁਰੂ ਹੁੰਦਾ ਹੈ, ਅਗੰਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੇ। ਪ੍ਰਭੂ ਦੀ ਸਿਫਤ ਤੋਂ ਉਹਨਾਂ ਨੇ ਸਵਈਏ ਦੀ ਆਰੰਭਤਾ ਕੀਤੀ। ਭੱਟ ਮਥੁਰਾ ਜੀ ਨੇ ਅਗੰਮ, ਪ੍ਰਭੂ ਅਗੰਮ ਹੈ। ਅਗੰਮ ਮੈਨੇ ਜਿਹਦੇ ਤੱਕ ਗਮਨ ਨਾ ਹੋ ਸਕੇ, ਪਹੁੰਚ ਨਾ ਹੋ ਸਕੇ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਰੱਬ ਉਹ ਹੈ। ਸਵਾਲ ਪੈਦਾ ਹੋਏਗਾ, ਜੇ ਰੱਬ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ, ਉਹ ਅਗੰਮ ਹੈ, ਫਿਰ ਅਸੀਂ ਏਡੇ ਡੰਬਲ ਕਿਉਂ ਕਰਦੇ ਫਿਰਦੇ ਹਾਂ? ਨਿਤਨੇਮ ਕਰੋ, ਕੀਰਤਨ ਸੁਣੋ, ਕਥਾ ਸੁਣੋ, ਸੇਵਾ ਕਰੋ, ਆ ਜਿੰਨੇ ਵੀ ਕਰਮ ਨੇ, ਫਿਰ ਇਹਦੇ ਤੋਂ ਇਲਾਵਾ ਪ੍ਰੈਕਟੀਕਲ ਵੀ ਕਰੋ, ਆਹ ਕਰੋ ਉਹ ਕਰੋ, ਸੱਚ ਬੋਲੋ, ਇਮਾਨਦਾਰੀ, ਮਿੱਠੀ ਜ਼ੁਬਾਨ, ਸੱਚ ਧੀਰਜ। ਜੇ ਰੱਬ ਅਪਹੁੰਚ ਮਿਲ ਹੀ ਨਹੀਂ ਸਕਦਾ, ਪਹੁੰਚਿਆ ਹੀ ਨਹੀਂ ਜਾ ਸਕਦਾ, ਫਿਰ ਸਾਡੇ ਧਰਮ ਕਰਮ ਕਿਸ ਅਰਥ ਨੇ ਸਾਰੇ? ਉੱਥੇ ਅਪਹੁੰਚ ਪਹੁੰਚਿਆ ਨਹੀਂ ਜਾ ਸਕਦਾ। ਅਪਹੁੰਚ, ਇਹ ਦੇਖੋ ਅਗਮ ਦਾ ਅਰਥ ਅਪਹੁੰਚ ਲਿਖਿਆ ਹੈ, ਇਹ ਗੰਮੇ ਸ਼ਬਦ ਤੋਂ ਬਣਿਆ। ਗੰਮੇ ਮੈਨੇ ਪਹੁੰਚਣਾ, ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਕਿਉਂ? ਜੇ ਅਪਹੁੰਚ ਹੀ ਹੈ, ਫਿਰ ਸਾਡੇ ਏਡੇ ਵੱਡੇ ਕਰਮ ਕਿਸ ਅਰਥ ਨੇ, ਕਿਸ ਲਿਖੇ ਨੇ? ਔਰ ਇਹ ਬਿਲਕੁਲ ਸੱਚ ਹੈ, ਪ੍ਰਭੂ ਅਪਹੁੰਚ ਹੈ। ਇਸ ਕਰਕੇ ਕਿਉਂਕਿ ਜਿਹਦੇ ਤੱਕ ਪਹੁੰਚਣਾ ਹੋਵੇ ਉਹਦੇ ਵਿਚਕਾਰ ਫਾਸਲਾ ਚਾਹੀਦਾ ਹੈ, ਜਿਹਦੇ ਤੱਕ ਪਹੁੰਚਣਾ ਹੋਵੇ ਉਹਦੇ ਵਿਚਕਾਰ ਡਿਸਟੈਂਸ ਚਾਹੀਦਾ ਹੈ, ਵਿੱਥ ਚਾਹੀਦੀ ਹੈ। ਭਾਵੇਂ ਉਹ ਵਿੱਥ 100 ਮੀਲ ਦੀ ਹੋਵੇ, ਭਾਵੇਂ 1 ਮਾਈਲ ਦੀ ਹੋਵੇ, ਭਾਵੇਂ ਉਹ ਵਿੱਥ 1 ਕਿਲੋਮੀਟਰ ਦੀ ਹੋਵੇ, ਭਾਵੇਂ 1 ਮੀਟਰ ਦੀ ਹੋਵੇ। ਵਿੱਥ ਤੇ ਵਿੱਥ ਹੀ ਹੈ, ਫਾਸਲਾ ਤੇ ਫਾਸਲਾ ਹੀ ਹੈ। ਚਾਹੇ ਉਹ ਫਾਸਲਾ 1 ਇੰਚ ਦਾ ਹੋਵੇ, ਭਾਵੇਂ 1 ਸੂਤਰ ਦਾ ਹੋਵੇ, ਫਾਸਲਾ ਤੇ ਫਾਸਲਾ ਹੀ ਹੈ। ਪ੍ਰਭੂ ਪਹੁੰਚਿਆ ਨਹੀਂ ਜਾ ਸਕਦਾ ਕਿਉਂਕਿ ਉਹਦੇ ਤੇ ਸਾਡੇ ਦਰਮਿਆਨ ਫਾਸਲਾ ਹੈ ਹੀ ਨਹੀਂ, ਵਿਚਕਾਰ ਡਿਸਟੈਂਸ ਨਹੀਂ ਹੈ ਵੀ ਜਿਹਨੂੰ ਅਸੀਂ ਲੰਘ ਕੇ ਉਹਦੇ ਤੱਕ ਜਾਣਾ ਹੈ। ਅਸੀਂ ਪਹਿਲਾਂ ਹੀ ਪਹੁੰਚੇ ਹੋਏ ਹਾਂ, ਜਿੱਥੇ ਤੱਕ ਪਹੁੰਚੇ ਹੋਈਏ ਉੱਥੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਪਹੁੰਚੇ ਹੋਏ ਹਾਂ ਅਸੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਆਪਣੀ ਅਸਲੀਅਤ ਦੇਖ, ਤੂੰ ਕੀ ਹੈ? ਤੂੰ ਹੀ ਤੇ ਜੋਤ ਸਰੂਪ ਹੈ, ਤੂੰ ਹੀ ਤੇ ਰੱਬ ਹੈ। ਜੇ ਸਾਹਮਣੇ ਤੈਨੂੰ ਕੋਈ ਨਜ਼ਰ ਆ ਰਿਹਾ ਹੈ, ਉਹ ਵੀ ਤੇ ਰੱਬ ਹੈ। ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਉਹ ਵੀ ਤੇ ਰੱਬ ਹੈ ਜੋ ਦਿਸੈ ਸੋ ਤੇਰਾ ਰੂਪ। ਤੂੰ ਤਾਂ ਪਹੁੰਚੇ ਹੀ ਹੋਇਆ ਹੈ। ਅਪਹੁੰਚ ਤਾਂ ਕਿਉਂਕਿ ਪਹੁੰਚੇ ਹੋਏ ਆ, ਤੇ ਜੇ ਫਾਸਲਾ ਹੋਵੇ ਫਿਰ ਕਿਤੇ ਜਾਣਾ ਪਏਗਾ, ਫਿਰ ਸਫ਼ਰ ਕਰਨਾ ਪਏਗਾ, ਫਿਰ ਯਾਤਰਾ ਜ਼ਰੂਰੀ ਹੈ। ਪਰ ਇੱਥੇ ਯਾਤਰਾ ਦੀ ਲੋੜ ਨਹੀਂ, ਸਿਰਫ ਪਛਾਣਨ ਦੀ ਲੋੜ ਹੈ ਕਿ ਮੇਰੇ ਅੰਦਰ ਵੀ ਉਹ ਹੈ, ਬਾਹਰ ਵੀ ਉਹ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਹਰ ਹਿਰਦੇ ਚ ਹੀ ਬੈਠਾ। ਪਹੁੰਚੇ ਹੀ ਹੋਏ ਆ। ਪਹੁੰਚਣਾ ਕਿੱਥੇ? ਪਹੁੰਚੀ ਹੋਏ ਆ ਰੱਬ ਦੀ ਖੋਜ ਤੇ। ਇਸ ਤਰ੍ਹਾਂ ਮੰਨ ਲਓ ਜਿਵੇਂ ਕੋਈ ਦਰਿਆ ਦੀ ਮੱਛੀ ਦਰਿਆ ਵਿੱਚ ਰਹਿ ਕੇ ਸੋਚੇ ਮੈਂ ਪਾਣੀ ਤੱਕ ਕਿਵੇਂ ਪਹੁੰਚਾਂ। ਬੀਜਕ ਗ੍ਰੰਥ ਵਿੱਚ ਭਗਤ ਕਬੀਰ ਦੇ ਨਾਂ ਤੇ ਸ਼ਬਦ ਆਇਆ। ਮੱਛੀ ਕਬੀਰ ਜੀ ਨੂੰ ਪੁੱਛਦੀ ਹੈ, ਕਬੀਰ ਸੁਣਿਆ ਤੂੰ ਬੜਾ ਵੱਡਾ ਵਿਦਵਾਨ ਹੈ, ਗਿਆਨਵਾਨ ਹੈ, ਮੈਨੂੰ ਦੱਸ, ਸੁਣਿਆ ਵੀ ਪਾਣੀ ਪਿਆਸ ਨੂੰ ਬੁਝਾ ਦਿੰਦਾ ਹੈ, ਗੱਲ ਸੱਚ ਹੈ? ਭਗਤ ਕਬੀਰ ਕਹਿਣ ਲੱਗੇ, ਹਾਂ ਪਾਣੀ ਪਿਆਸ ਨੂੰ ਬੁਝਾ ਦਿੰਦਾ ਹੈ,
ਤੇ ਮੱਛੀ ਆਖਦੀ ਮੈਨੂੰ ਦੱਸ ਪਾਣੀ ਕਿੱਥੇ, ਮੈਂ ਵੀ ਪਿਆਸ ਬੁਝਾ ਲਵਾਂ। ਭਗਤ ਕਬੀਰ ਕਹਿਣ ਲੱਗੇ ਸੁਣ ਕੇ ਮੈਨੂੰ ਹਾਸਾ ਆ ਗਿਆ। ਔਰ ਹਾਸਾ ਮੱਛੀ ਤੇ ਨਹੀਂ ਆਇਆ, ਮਨੁੱਖ ਤੇ ਆਇਆ। ਉਹ ਵੀ ਤੇ ਰੱਬ ਵਿੱਚ ਰਹਿ ਕੇ ਕਹੀ ਜਾਂਦਾ ਰੱਬ ਕਿੱਥੇ ਹੈ। ਪਾਣੀ ਵਿੱਚ ਮੀਨ ਪਿਆਸੀ, ਮੋਹਿ ਸੁਣ ਕਰ ਆਵੇ ਹਾਸੀ। ਘਰ ਮੈਂ ਅਵਸਥ ਨਜ਼ਰ ਨਾ ਆਵਾ, ਬਨ ਬਨ ਫਿਰ ਤੂੰ ਉਦਾਸੀ। ਇਹੀ ਬਚਨ ਅਸੀਂ ਬਾਣੀ ਚ ਪੜ੍ਹਦੇ ਹਾਂ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਤੂੰ ਦਰਿਆ ਸੀ, ਤੇਰੇ ਵਿੱਚ ਹੀ ਆ, ਇਸ ਕਰਕੇ ਤੂੰ ਅਪਹੁੰਚ ਹੈ। ਤੇਰੇ ਤੱਕ ਪਹੁੰਚਣ ਵਾਸਤੇ ਫਾਸਲਾ ਹੀ ਨਹੀਂ ਹੈ, ਪਹੁੰਚੇ ਹੀ ਹੋਏ ਆ। ਅਗੰਮ ਅਨੰਤ ਆ ਅਨਾਦ ਆਦ ਜਿਸ ਕੋਈ ਨਾ ਜਾਣੇ। ਇੱਥੋਂ ਨਾ ਸਿਫਤ ਸ਼ੁਰੂ ਕੀਤੀ ਭੱਟ ਮਥੁਰਾ ਜੀ ਨੇ। ਤੇ ਉਹ ਰੱਬ ਕਿੱਥੇ ਵਸਦਾ ਵੈ? ਕਿਸੇ ਨੇ ਕਿਹਾ ਬ੍ਰਿਸ਼ਟ ਵਿੱਚ, ਕਿਸੇ ਨੇ ਕਿਹਾ ਸਵਰਗ ਵਿੱਚ। ਸਾਡੇ ਵਾਲੇ ਕਹਿੰਦੇ ਨੇ ਸੱਚਖੰਡ ਚ ਵਸਦਾ, ਅਸਮਾਨ ਚ ਕੋਈ ਨਗਰੀ ਹੋਏਗੀ। ਹਾਲਾਂਕਿ ਉਹ ਪੰਜਵੀਂ ਅਵਸਥਾ ਸੱਚ ਦੀ ਹੈ। ਜਪਜੀ ਸਾਹਿਬ ਚ ਪਹਿਲਾਂ ਧਰਮਖੰਡ, ਫਿਰ ਗਿਆਨਖੰਡ, ਫਿਰ ਸ਼ਰਮਖੰਡ, ਫਿਰ ਕਰਮਖੰਡ, ਫਿਰ ਪੰਜਵੀਂ ਅਵਸਥਾ ਸੱਚ ਦੀ ਅਵਸਥਾ। ਜਦੋਂ ਅਸੀਂ ਰੱਬ ਨੂੰ ਵਸਦਾ ਦੇਖ ਲੈਂਦੇ ਹਾਂ ਵੀ ਹਰ ਥਾਂ ਤੇ ਹੀ ਹੁੰਦਾ। ਉਸੇ ਪ੍ਰਭੂ ਬਾਰੇ ਫਿਰ ਭੱਟ ਗਿਆਨਤ ਜੀ ਆਖਦੇ ਨੇ, ਕਹਿਣ ਲੱਗੇ ਉਹ ਪ੍ਰਭੂ ਨਾ ਗੁਰੂ ਦੇ ਹਿਰਦੇ ਚ ਹੀ ਵਸਦਾ ਹੈ। ਸ਼੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤੇ ਵਸੈ। ਉਹ ਜਿਹੜਾ ਸੱਚ ਹੈ ਗੁਰੂ ਦੇ ਅੰਦਰ ਹੈ। ਗੁਰੂ ਸੱਚ ਨਾਲ ਜੁੜ ਗਿਆ। ਗੁਰੂ ਦਾ ਮਨ ਬਚਨ ਕਰਮ ਸੱਚ ਹੋ ਗਿਆ। ਗੁਰੂ ਦਾ ਦੇਖਣਾ ਸੱਚ, ਬੋਲਣਾ ਸੱਚ, ਸੁਣਨਾ ਸੱਚ। ਗੁਰੂ ਦੇ ਕਰਮ ਸੱਚੇ ਤੇ ਗੁਰੂ ਦੇ ਅੰਦਰ ਯਾਦ ਸੱਚੇ ਦੀ। ਉਹਦਾ ਮਨ ਵੀ ਸੱਚਾ ਹੈ, ਅੰਦਰੋਂ ਬਾਹਰੋਂ ਸੱਚ ਹੋ ਗਏ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਇੱਕ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਦੇ ਅੰਦਰ ਸੱਚ ਵਸ ਗਿਆ। ਪ੍ਰਭੂ ਦਾ ਸੱਚ ਜਿਹੜਾ ਨਾਮ ਸਦੀਵੀ ਉਹ ਵਸ ਗਿਆ। ਗੁਰੂ ਸਥਿਵੀ ਥਿਰ ਹੋ ਗਿਆ। ਗੁਰੂ ਦੇ ਅੰਦਰ ਕਰਤਾ ਵਸ ਗਿਆ। ਹੁਣ ਗੁਰੂ ਵੀ ਸਮਾਜ ਲਈ ਕੁਝ ਕਰ ਰਿਹਾ ਹੈ, ਸਮਾਜ ਨੂੰ ਕੁਝ ਦੇ ਰਿਹਾ ਹੈ। ਗੁਰੂ ਦੇ ਅੰਦਰ ਪੁਰਖ ਵਸ ਗਿਆ। ਹੁਣ ਗੁਰੂ ਵੀ ਜਿਹੜਾ ਵਿਆਪਕ ਹੋ ਗਿਆ, ਰਹਿੰਦੀ ਦੁਨੀਆ ਤੱਕ ਗੁਰੂ ਰਹੇਗਾ। ਉਹ ਗੁਰੂ ਦੇ ਚਿੱਤ ਦੇ ਵਿੱਚ ਹੈ। ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤੇ ਵਸੈ। ਇੱਥੋਂ ਕੀ ਸਿੱਖਿਆ ਮਿਲੀ? ਜੇ ਭਾਈ ਜੇਠੇ ਦੇ ਅੰਦਰ ਰੱਬ ਵਸ ਸਕਦਾ ਹੈ, ਨਜ਼ਰ ਆ ਸਕਦਾ ਹੈ, ਸੱਚ ਵਸ ਸਕਦਾ ਹੈ, ਸਾਡੇ ਅੰਦਰ ਵੀ ਵਸ ਸਕਦਾ ਹੈ। ਅਸੀਂ ਵੀ ਸੱਚ ਦਾ ਰੂਪ ਹੋ ਸਕਦੇ ਹਾਂ। ਅਸੀਂ ਵੀ ਕਰਤਾ ਬਣ ਕੇ ਸਮਾਜ ਲਈ ਕੁਝ ਕਰ ਸਕਦੇ ਹਾਂ। ਅਸੀਂ ਚਾਹੀਏ ਅਸੀਂ ਵੀ ਕਰ ਸਕਦੇ ਹਾਂ। ਤੇ ਭੱਟ ਮਥੁਰਾ ਤੇ ਐਸਾ ਹੈ ਜਿਹਨੇ ਬੜੀ ਕ੍ਰਾਂਤੀਕਾਰੀ ਗੱਲ ਕਹੀ ਆਪਣੇ ਮਤ ਦੇ ਮੁਤਾਬਕ, ਕਿਉਂਕਿ ਉਹਦੇ ਮਤ ਵਿੱਚ ਧਰਮਰਾਜ, ਚਿਤਰਗੁਪਤ, ਨਰਕ, ਸੁਰਗ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਸਨ। ਇਹ ਸਾਰਾ ਕੁਝ ਮੰਨਿਆ ਜਾਂਦਾ ਸੀ। ਪਰ ਭੱਟ ਮਥੁਰਾ ਕੀ ਆਖਦੇ ਨੇ? रब के सुत को तिन त्रास कहां, जो चरण गुरु चित लावत हैं। ਜਿਹੜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲੈਂਦੇ ਨੇ। ਰੱਬ ਕੇ ਸੁਤ ਕੋ ਭਾਵ ਸੂਰਜ ਦੇ ਪੁੱਤਰ ਧਰਮਰਾਜ ਤੋਂ ਤਿਨ ਤਰਾਸ ਕਹਾਂ। ਰੱਬ ਦੇ ਸੁੱਤ ਧਰਮਰਾਜ ਦਾ, ਉਹਨਾਂ ਨੂੰ ਡਰ ਕਿੱਥੇ? ਭਾਵ ਉਹ ਧਰਮਰਾਜ ਦੇ ਚੱਕਰਾਂ ਤੋਂ ਵੀ ਮੁਕਤ ਹੋ ਗਏ। ਧਰਮਰਾਜ ਵੀ ਕੀ ਵਿਗਾੜੇਗਾ? ਧਰਮਰਾਜ ਤੋਂ ਮੁਕਤ ਹੋ ਗਏ। ਸਨਾਤਨ ਮਤ ਵਿੱਚ ਮੌਤ ਤੋਂ ਬਾਅਦ ਧਰਮਰਾਜ ਆਉਂਦਾ ਹੈ। ਤੇ ਧੰਨ ਨੇ ਭੱਟ ਮਥੁਰਾ ਜਿਨ੍ਹਾਂ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਅਸੀਂ ਹੁਣ ਐਸੇ ਧਰਮਰਾਜ ਤੋਂ ਡਰਦੇ ਨਹੀਂ ਹਾਂ। ਗੁਰੂ ਨਾਨਕ ਸਾਹਿਬ ਨੇ ਵੀ ਧਰਮਰਾਜ ਦੀ ਗੱਲ ਕੀਤੀ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਵੀ ਧਰਮਰਾਜ ਨੂੰ ਮੰਨਦੇ ਹਾਂ। ਸਨਾਤਨ ਮਤ ਦਾ, ਹਿੰਦੂ ਮਤ ਦਾ ਧਰਮਰਾਜ ਮੌਤ ਤੋਂ ਬਾਅਦ ਆਉਣਾ ਮੰਨਿਆ ਜਾਂਦਾ ਹੈ। ਪਰ ਸਾਡਾ ਜਿੱਦਣ ਬੱਚੇ ਨੇ ਜਨਮ ਲਿਆ ਧਰਮਰਾਜ ਉਦਣ ਹੀ ਆ ਗਿਆ। ਜਿਸ ਦਿਨ ਜਨਮ ਲਿਆ ਬੱਚੇ ਨੇ। ਨਾਨਕ ਜੀ ਉਪਾਏ ਕਹਿ, ਉਪਾਏ ਕਹਿ ਮੈਨੇ ਪੈਦਾ ਕਰਕੇ, ਜਦੋਂ ਜੀਵ ਨੂੰ ਪੈਦਾ ਕੀਤਾ ਨਾਨਕ ਜੀ ਉਪਾਏ ਕਹਿ ਲਿਖਨਾਮੇ ਧਰਮ ਬਹਾਲਿਆ, ਉਦਣ ਹੀ ਧਰਮ ਬਿਠਾਤਾ। ਤੇ ਧਰਮ ਨੂੰ ਰਾਜਾ ਇਸ ਕਰਕੇ ਕਹਿੰਦੇ ਨੇ ਕਿਉਂਕਿ ਰਾਜੇ ਦਾ ਕੰਮ ਇਨਸਾਫ ਕਰਨਾ ਹੁੰਦਾ ਹੈ। ਉਹਨੇ ਸੱਚ ਝੂਠ ਦੀ ਪੜਚੋਲ ਕਰਨੀ ਹੈ। ਰਾਜੇ ਚੁਲੀ ਨਿਆਮ ਕੀ, ਗੁਰਬਾਣੀ ਦੇ ਵਿੱਚ ਏਦਾਂ ਹੀ ਧਰਮ ਦਾ ਕੰਮ ਵੀ ਇਨਸਾਫ ਕਰਨਾ, ਸੱਚ ਝੂਠ ਦੀ ਪੜਚੋਲ ਕਰਨੀ। ਧਰਮ ਨੇ ਦੱਸਣਾ ਕੀ ਭਲਾ, ਕੀ ਬੁਰਾ, ਕੀ ਆਤਮ, ਕੀ ਅਨਾਤਮ, ਕੀ ਚੰਗਾ, ਕੀ ਮਾੜਾ, ਕੀ ਪਵਿੱਤਰ, ਕੀ ਝੂਠ। ਧਰਮ ਨੇ ਵਿਆਖਿਆ ਕਰਨੀ ਹੈ। ਧਰਮ ਕਰੇ ਸੋ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ। ਧਰਮ ਨੇ ਵਿਆਖਿਆ ਕਰਨੀ ਹੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ। ਪਰ ਜਿਹੜਾ ਮਰਨ ਤੋਂ ਬਾਅਦ ਦਾ ਕੋਈ ਧਰਮਰਾਜ ਮੰਨਿਆ ਗਿਆ, ਭੱਟ ਮਥੁਰਾ ਆਖਦੇ ਨੇ ਅਸੀਂ ਮੰਨਦੇ ਹੀ ਨਹੀਂ ਆ। ਡਰ ਹੀ ਨਹੀਂ, ਗੱਲ ਹੀ ਖਤਮ ਹੋ ਗਈ। ਰੱਬ ਕੀ ਸੁੱਤ ਕੋ ਤਿਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਬੜੀ ਕ੍ਰਾਂਤੀਕਾਰੀ ਗੱਲ ਸੀ। ਇੱਕ ਬ੍ਰਾਹਮਣ ਵਾਸਤੇ ਇਹ ਗੱਲ ਕਹਿ ਦੇਣੀ, ਕਿਉਂਕਿ ਬ੍ਰਾਹਮਣ ਧਰਮਰਾਜ ਦੇ ਸਿਰ ਤੇ ਸਾਰੇ ਸ਼ਰਾਧ ਕਰਦਾ ਹੈ। ਉਹ ਸਾਰੇ ਸ਼ਰਾਧਾਂ ਦੇ ਉੱਪਰ ਮਿੱਟੀ ਫਿਰ ਗਈ। ਪਰ ਬਦਕਿਸਮਤੀ ਸਾਡੀ
ब्राह्मण ते धर्मराज के नां ते श्राद्ध करदा है, पितर लोक के नां ते श्राद्ध करदा है, ते कल्ला जांदे खाण। जदों श्राद्धां दे दिन आंदे ने, साडे च 5 ब्राह्मण जांदे ने, उन्हां च एक जांदा सी, साडे च 5 जाण लग गए ने। ਅਸੀਂ 5 श्राद्ध खाण जाने आ, 5 भाई बुलाओ, साडे बजुर्गां नूं समान पहुंच जाए। ते किसी ने कह दिता सी भी साडे बजुर्गां नूं ते शूगर है, ते ਉਹ रोटी खाण तो ਪਹਿਲਾਂ इंजैक्शन लवांदे ਹੁੰਦੇ ਸੀ इंसुलिन ਦਾ। बाबा जी हुण थोड़े टेढ़े होवो, ਤੁਹਾਨੂੰ टीका लाइए, ਤਾਂ ਹੀ ਬਾਪੂ ਦੀ ਰੋਟੀ ਖਾਓਗੇ ਨਾ, ਤੁਸੀਂ ਉੱਤੇ ਪਹੁੰਚਾਓਗੇ। ਅੱਜ ਵੀ ਦਾਵਾ ਲੋਕ ਕਰਦੇ ਨੇ, ਦੇਖੋ ਜੀ ਉੱਪਰ ਜਾਂਦੀਆਂ ਨੇ ਚੀਜ਼ਾਂ। ਤੇ ਕਿਸੇ ਨੇ ਕਹਿ ਦਿੱਤਾ ਸੀ ਉੱਪਰ ਚੀਜ਼ਾਂ ਜਾਂਦੀਆਂ ਨੇ, ਆਹ ਮੋਬਾਈਲ ਜਿਹੜਾ ਨਾ ਸਾਡੇ ਬਾਪੂ ਤੱਕ ਪਹੁੰਚਾ ਦਿਓ, ਘੱਟੋ ਘੱਟ ਗੱਲ ਹੀ ਕਰ ਲਿਆ ਕਰਾਂਗੇ। ਅੱਜ ਦੇ ਜ਼ਮਾਨੇ ਵਿੱਚ ਵੀ ਏਡਾ ਅਡੰਬਰ ਪਖੰਡ ਸਾਡੀ ਸਿੱਖੀ 'ਚ ਆ ਗਿਆ। ਧੰਨ ਨੇ ਉਹ ਬ੍ਰਾਹਮਣ ਭੱਟ ਮਥੁਰਾ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਦਿੱਤਾ। रव के सुत को तिमत्रास कहा, केवल इत्थे ही नहीं किया, अखीर ते जाके ते बड़ा ही स्पष्ट कह दिता भट्ट मथुरा जी ने। जदों आखिरी उस सवैया उच्चारण करते हैं सतवां, उदों आखदे ने ताहे कहां प्रवाह काहू की, जाके बसीस धरियो गुर हथ। जिहदे सिर ते गुरु असीस वाला हथ रख दिंदा है ना, उहनूं किसी दी परवाह नहीं हुंदी। फिर ਉਹ ਧਰਮਰਾਜ ਚਿਤਰਗੁਪਤ ਇਹਨਾਂ ਸਾਰਿਆਂ ਸੁਰਗਾਂ ਨਰਕਾਂ ਦੇ ਚੱਕਰਾਂ ਤੋਂ ਉੱਚਾ ਉੱਠ ਜਾਂਦਾ ਹੈ। ਤਾਂ ਇਹ ਕਹਾਂ ਪ੍ਰਵਾਹ ਕਹੂੰ ਕਿ ਉਹਨੂੰ ਕਿਹਦੀ ਪ੍ਰਵਾਹ, ਉਹਨੂੰ ਕਿਸੇ ਦੀ ਪ੍ਰਵਾਹ ਨਹੀਂ। ਫਿਰ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸੁਆਮੀ। ਉਹਨੂੰ ਪ੍ਰਵਾਹ ਹੀ ਨਹੀਂ, ਬੇਪਰਵਾਹ ਹੋ ਜਾਂਦਾ। ਜਾ ਕੇ ਬਸੀਸ ਧਰਿਓ ਗੁਰ ਹੱਥ, ਸਿਰ ਵਿੱਚ ਹੁੰਦੀ ਹੈ ਮੱਤ। ਜਦੋਂ ਗੁਰੂ ਆਪਣਾ ਹੱਥ ਮੱਤ ਤੇ ਰੱਖ ਦਿੰਦਾ ਹੈ, ਭਾਵ ਜਦੋਂ ਗੁਰੂ ਦਾ ਗਿਆਨ ਮੱਤ ਵਿੱਚ ਆ ਕੇ ਵਸ ਜਾਂਦਾ ਹੈ, ਗੁਰੂ ਦਾ ਗਿਆਨ ਸਪਸ਼ਟ ਕਰ ਦਿੰਦਾ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਗੁਰੂ ਦਾ ਗਿਆਨ ਬਿਲਕੁਲ ਸਪਸ਼ਟ ਕਰ ਦਿੰਦਾ ਹੈ। ਧਰਮ ਰਾਏ ਦਰ ਕਾਗਦ ਫਾੜੀ, ਜਾਂ ਨਾਨਕ ਲਿਖਾ ਸਮਝਿਆ, ਕਾਗਜ਼ ਹੀ ਫਾੜ ਦਿੱਤੇ। ਮੰਨਦੇ ਹੀ ਨਹੀਂ ਅਸੀਂ। ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸੁਗਲੂ ਲਿਖਾ। ਸਾਡਾ ਇਹ ਗਿਆਨਤਾ ਦਾ ਭਰਮ ਦਾ ਲਿਖਾ ਹੀ ਫਟ ਗਿਆ, ਹੁਣ ਕੀ ਕਰੇਗਾ ਧਰਮਰਾਜ। ਤਾਹੇ ਕਹਾਂ ਪ੍ਰਵਾਹ ਕਹੂਗੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਜਿਹਦੇ ਸਿਰ ਤੇ ਗੁਰੂ ਦਾ ਗਿਆਨ ਰੂਪੀ ਹੱਥ ਆ ਜਾਂਦਾ ਹੈ, ਗੁਰੂ ਦੇ ਗਿਆਨ ਦੇ ਵਿੱਚ ਇਹ ਸਾਰੇ ਭਰਮ ਪਖੰਡ ਮਨ ਨੂੰ ਖੰਭ ਲਾ ਕੇ ਉੱਡ ਜਾਂਦੇ ਨੇ। ਇੱਥੋਂ ਤੱਕ ਕਿ ਜਮਦੂਤ ਮੂਏ ਬਿਖ ਖਾਈ, ਮਾਨੋ ਜਮਦੂਤਾਂ ਨੇ ਆਤਮ ਹੱਤਿਆ ਕਰ ਲਈ, ਜ਼ਹਿਰ ਖਾ ਕੇ ਮਰ ਗਏ। ਉਹ ਇੱਥੋਂ ਤੱਕ ਬਾਣੀ ਨੇ ਉਹਨਾਂ ਨੂੰ ਕਹਿ ਦਿੱਤਾ। ਖੈਰ, ਇਸ ਤੋਂ ਅੱਗੇ ਭੱਟ ਬਲ ਜੀ ਦੇ ਸਵਈਏ ਆ ਜਾਂਦੇ ਨੇ 5। ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ, तीन पवन भरपूर रहो सोई, अपन सरस कियो ना जगत कोई। तीन पवन भरपूर रहो सोई, वो प्रभु तिन्ना पवना च व्याप रहा है। तिन्ना पवना विच ਇਹਦਾ मतलब एक ओंकार ਦਾ सिद्धांत है, रब एक है ते सारे संसार विच व्यापक है। ਅਸੀਂ सिर्फ कहते हैं, गली गली कहने रब सारिਆਂ विच है, पर साडा दूजे नाल विहार किदां दा हुंदा है? साडा रब वर्गा विहार ते हुंदा नहीं किसी नाल। कोई साडा अपना है, कोई बेगाना है, कोई ऊंच है, कोई नीच है, जातिवाद दीयां दीवारां ने, नेर तेर दीयां दीवारां ने, वितकरे ने। और ये नहीं केवल साडे सिखां च है, हिंदू मुस्लिम सिख ईसाई जैनी पारसी बोधी यहूदी जिन्ने भी ने सारे रब नूं मनदे ने, सारे धर्म नूं मनदे ने, पर कोई दूजे नूं देख सुखाना नहीं है। दूजे च रब नहीं है, प्रैक्टिकल लाइफ च नहीं है। कहने वास्ते गल्लां च बहुत ने, पर प्रैक्टिकल लाइफ दे विच रब सारियां च सानूं दिसदा नहीं है। बहुत मुश्किल है दूजे विचों रब नूं देख लेना। तीन पवन भरपूर रहो सोई, इत्थे भट्ट जी आखदे ने वो तिन्ना पवनां विच प्रभु लगातार रविया होया है, लगातार सारियां च समाया होया है। सारियां विचों सानूं देखना पेगा, सारियां विचों सानूं वो प्रभु नजर आ जाए। जिस दिन सारियां चों नजर आ जाएगी, आ जाएगा रब सारियां विचों, वो प्रभु दी सत्ता नजर आ जाएगी। उस दिन फिर ना को बैरी ना है बेगाना, सगल संग हमको बनाई। जे सारियां च रब है तो सारियां च देखना पेगा ना। तीन पवन भरपूर हो सोई। साडे वाले आखदे ने भी नहीं कि ध्यान लगाना पैना किसी चीज च, किसी बलदे अग दी लाट ते ध्यान लाओ, किसी मूर्ति ते, किसी तस्वीर ते ध्यान लाओ, किते ते ध्यान लाओ। इन्हां चीजां ते ध्यान लाना है रब नूं देखण वास्ते। मानो कोई ड्राइविंग कर रहा है, उन्हें हुण लुधियाने तो दिल्ली जाना है,
ਤੇ ਹੁਣ ਅੱਖਾਂ ਬੰਦ ਕਰਕੇ ਉਹਨੂੰ ਕਹੋ ਵੀ ਤੂੰ ਧਿਆਨ ਲਗਾ, ਤੂੰ ਦਿੱਲੀ ਪਹੁੰਚ ਜਾਏਗਾ। ਨਾਲ ਡਰਾਈਵਿੰਗ ਕਰੀ ਜਾਈ, ਨਾਲੇ ਅੱਖਾਂ ਬੰਦ ਕਰਕੇ ਧਿਆਨ ਲਾ ਲਈ, ਦਿੱਲੀ ਪਹੁੰਚ ਜਾਏਗਾ। ਉਹ ਤੇ ਐਕਸੀਡੈਂਟ ਕਰ ਲਏਗਾ ਨਾ। ਉਹਨੂੰ ਧਿਆਨ ਕਿੱਥੇ ਲਾਣਾ ਪੈਣਾ? ਆਪਣੀ ਮੰਜ਼ਿਲ ਵੱਲ, ਕਿ ਮੇਰੀ ਮੰਜ਼ਿਲ ਹੈ ਦਿੱਲੀ, ਮੈਂ ਦਿੱਲੀ ਜਾਣਾ ਹੈ। ਭਾਵੇਂ ਗੱਲਾਂ ਬਾਤਾਂ ਕਰੇ, ਭਾਵੇਂ ਮਿਊਜ਼ਿਕ ਸੁਣੇ, ਧਿਆਨ ਰੱਖਣਾ ਪੈਣਾ ਉਹਨੂੰ, ਮੈਂ ਦਿੱਲੀ ਜਾਣਾ ਹੈ। ਇਹ ਨਾ ਹੋਵੇ ਲੁਧਿਆਣੇ ਤੋਂ ਨਿਕਲਦਿਆਂ ਰਾਈਟ ਸਾਈਡ ਟਰਨ ਲੈਣ ਦੀ ਬਜਾਏ, ਸੱਜੇ ਹੱਥ ਮੁੜਨ ਦੀ ਬਜਾਏ ਖੱਬੇ ਹੱਥ ਜਲੰਧਰ ਵੱਲ ਨੂੰ ਮੁੜ ਜਾਏ। ਜੇ ਤੇ ਧਿਆਨ ਨਹੀਂ ਹੋਏਗਾ ਨਾ ਦਿੱਲੀ ਚ ਉਹਦਾ, ਉਹ ਜਲੰਧਰ ਨਿਕਲ ਜਾਏਗਾ। ਜੇ ਧਿਆਨ ਨਹੀਂ ਹੋਏਗਾ, ਹੋ ਸਕਦਾ ਫਿਰੋਜ਼ਪੁਰ ਨੂੰ ਨਿਕਲ ਜਾਏ। ਉਹਨੂੰ ਮੰਜ਼ਿਲ ਵੱਲ ਧਿਆਨ ਰੱਖਣਾ ਪੈਂਦਾ ਹੈ। ਮੈਨੂੰ ਕਈ ਲੋਕ ਪੁੱਛਦੇ ਨੇ ਕਿ ਜੀ ਧਿਆਨ ਕਿੱਥੇ ਟਿਕਾਈਏ, ਧਿਆਨ ਕਿਹਦੇ ਤੇ ਲਾਉਣਾ ਚਾਹੀਦਾ ਹੈ? ਮੈਂ ਉਹਨਾਂ ਨੂੰ ਪੁੱਛ ਲੈਣਾ ਵੀ ਤੁਹਾਡੀ ਜ਼ਿੰਦਗੀ ਦਾ ਏਮ ਕੀ ਹੈ, ਗੋਲ ਕੀ ਹੈ, ਤੁਹਾਡੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ, ਦੱਸੋ। ਉਹ ਕਹਿੰਦੇ ਨੇ ਗੋਲ ਤੇ ਅਜੇ ਕੋਈ ਬਣਾਇਆ ਨਹੀਂ, ਗੋਲ ਤਾਂ ਪਤਾ ਹੀ ਨਹੀਂ ਕਿਹੜਾ ਹੋਣਾ ਚਾਹੀਦਾ। ਉਹ ਗੱਲ ਗੋਲ ਹੀ ਕਰ ਜਾਂਦੇ ਨੇ। ਕਿਉਂ? ਨਿਸ਼ਾਨਾ ਤੇ ਹੈ ਹੀ ਨਹੀਂ ਜ਼ਿੰਦਗੀ, ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ, ਧਿਆਨ ਕਿੱਥੇ ਟਿਕਾਣਾ ਹੈ। ਧਿਆਨ ਹੋਵੇ ਮੰਜ਼ਿਲ ਤੇ, ਧਿਆਨ ਹੋਵੇ ਡੈਸਟੀਨੇਸ਼ਨ ਤੇ, ਜਿੱਥੇ ਜਾਣਾ ਹੈ ਉੱਥੇ ਧਿਆਨ ਲਗਾਉਣਾ ਪੈਣਾ ਹੈ। ਜੇ ਰੱਬ ਨੂੰ ਮਿਲਣਾ ਤੇ ਰੱਬ ਦੇ ਵਿੱਚ ਧਿਆਨ ਲਗਾਉਣਾ ਪੈਣਾ ਹੈ, ਤੇ ਰੱਬ ਸਾਰਿਆਂ ਵਿੱਚ ਹੈ। ਬਜ਼ੁਰਗ ਮਾਪਿਆਂ ਦੀਆਂ ਅੱਖਾਂ ਚੋਂ ਦੇਖਣਾ ਪਏਗਾ ਰੱਬ, ਉੱਥੇ ਧਿਆਨ ਲਗਾਉਣਾ ਪੈਣਾ ਹੈ। ਆਪਣੇ ਛੋਟੇ ਬੱਚਿਆਂ ਦੀਆਂ ਅੱਖਾਂ 'ਚ ਝਾਕ ਕੇ ਦੇਖਣਾ ਪੈਣਾ ਰੱਬ, ਉਹਦੇ ਵਿੱਚ ਦੇਖਣਾ ਪੈਣਾ, ਇੱਥੇ ਧਿਆਨ ਲਾਉਣਾ ਪੈਣਾ। ਜਿਹੜਾ ਗਾਹਕ ਆਇਆ ਨਾ ਦੁਕਾਨ ਤੇ, ਉਹਦੀਆਂ ਅੱਖਾਂ 'ਚ ਝਾਤੀ ਪਾ ਕੇ ਦੇਖੋ, ਤੁਹਾਡਾ ਧਿਆਨ ਇਹ ਹੈ, ਤੁਹਾਡਾ ਧਿਆਨ, ਤੁਹਾਡਾ ਗੋਲ ਮੈਂ ਰੱਬ ਨੂੰ ਦੇਖਣਾ ਇਹਦੇ ਵਿੱਚੋਂ। ਫਿਰ ਗਾਹਕ ਨੂੰ ਮਿਲਾਵਟੀ ਸਮਾਨ ਨਹੀਂ ਦਿੱਤਾ ਜਾ ਸਕਦਾ, ਗਾਹਕ ਦੀ ਜੇਬ ਨਹੀਂ ਕੱਟੀ ਜਾ ਸਕਦੀ, ਨੌਕਰ ਦਾ ਹੱਕ ਨਹੀਂ ਖੋਇਆ ਜਾ ਸਕਦਾ, ਮਾਲਕ ਦੇ ਸਾਹਮਣੇ ਬੇਈਮਾਨੀ ਨਹੀਂ ਕੀਤੀ ਜਾ ਸਕਦੀ, ਇਮਾਨਦਾਰੀ ਨਾਲ ਕੰਮ ਕਰਨਾ ਪੈਣਾ। ਮਾਲਕ ਦੇ ਵਿੱਚ ਵੀ ਰੱਬ ਹੈ, ਨੌਕਰ ਵਿੱਚ ਵੀ ਹੈ, ਗਵਾਂਢੀ ਵਿੱਚ ਵੀ ਹੈ, ਜਿਹਨੂੰ ਦੁਸ਼ਮਣ ਮੰਨਿਆ ਉਹਦੇ ਵਿੱਚ ਵੀ ਹੈ। ਧਿਆਨ ਤੇ ਰੱਬ ਚ ਲੈਣਾ ਸੀ ਅਸੀਂ, ਸਾਡੀ ਮੰਜ਼ਿਲ ਰੱਬ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਤੇ ਗੋਬਿੰਦ ਕਿੱਥੇ ਹੈ ਜੀ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਲਾਓ ਧਿਆਨ ਹੁਣ। ਜਿਸ ਦਿਨ ਅਸੀਂ ਰੱਬ ਤੇ ਧਿਆਨ ਲਾਵਾਂਗੇ, ਸਮਾਜ ਬਹੁਤ ਵਧੀਆ ਹੋ ਜਾਏਗਾ। ਬਜ਼ੁਰਗ ਮਾਪਿਓ ਬੁਢਾਪੇ ਚ ਰੁਲਣਗੇ ਨਹੀਂ, ਛੋਟੇ ਬੱਚੇ ਝੂਠ ਨਹੀਂ ਬੋਲਣਾ ਸਿੱਖਣਗੇ, ਪਤੀ ਪਤਨੀ ਇੱਕ ਦੂਜੇ ਦੇ ਦੁਸ਼ਮਣ ਨਹੀਂ ਬਣ ਜਾਣਗੇ, ਗਵਾਂਢੀਆਂ ਨਾਲ ਮਿੱਤਰਤਾ ਬਣੀ ਰਹੇਗੀ, ਪੂਰਾ ਸਮਾਜ ਸੁੰਦਰ ਹੋ ਜਾਏਗਾ। ਰਾਜਨੀਤਿਕ ਤੌਰ ਤੇ ਲੀਡਰ ਜਿਹੜੇ ਨੇ ਸਮਾਜ ਦਾ ਭਲਾ ਸੋਚਣਗੇ, ਆਰਥਿਕ ਤੌਰ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਫਿਰ ਆਰਥਿਕ ਤੌਰ ਤੇ, ਫਾਈਨੈਂਸ਼ੀਅਲ ਤੌਰ ਤੇ ਬੰਦਾ ਮਾਇਆ ਦੀ ਦੌੜ ਦੇ ਵਿੱਚ ਕਿਸੇ ਨੂੰ ਮਿਲਾਵਟੀ ਸਮਾਨ ਨਹੀਂ ਵੇਚੇਗਾ, ਪਾਣੀ 'ਚ ਕੈਮੀਕਲ ਮਿਲਾ ਕੇ ਦੁੱਧ ਬਣਾ ਕੇ ਨਹੀਂ ਵੇਚੇਗਾ, ਸਿੰਥੈਟਿਕ ਪਨੀਰ ਬਣਾ ਕੇ ਨਹੀਂ ਵੇਚੇਗਾ, ਜਾਂ ਨਕਲੀ ਦਵਾਈਆਂ ਟੀਕੇ ਨਹੀਂ ਵੇਚੇਗਾ, 2 ਨੰਬਰ ਦੇ ਧੰਦੇ ਨਹੀਂ ਕਰੇਗਾ। ਸਮਾਜਿਕ ਤੌਰ ਤੇ ਮਿਲਵਰਤਨ ਪੈਦਾ ਹੋਏਗਾ, ਦੂਜੇ 'ਚ ਰੱਬ ਨਜ਼ਰ ਆਏਗਾ। ਫਿਰ ਕੋਈ ਊਚ ਨੀਚ, ਕਾਲਾ ਗੋਰਾ, ਹਿੰਦੂ ਮੁਸਲਿਮ ਦੇ ਭੇਦ ਨਹੀਂ ਰਹਿਣਗੇ। ਗੱਲ ਤੇ ਇੱਕ ਓਂਕਾਰ ਦੀ ਹੈ, 3 ਭਵਨ ਭਰਪੂਰੇ ਉਸ ਹੋਈ। ਤਾਂ ਹੀ ਸਤਿਗੁਰੂ ਨੇ ਕਿਹਾ ਸੀ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਤੇਰਾ ਧਿਆਨ ਰੱਬ 'ਚ ਤੇ ਹੋਵੇ, ਉਹ ਸਾਰਿਆਂ ਦੇ ਵਿੱਚ ਹੈ, ਧਿਆਨ ਲਾ ਉਹਦੇ ਰੱਬ ਦੇ ਵਿੱਚ। ਇੱਕ ਓਂਕਾਰ ਦੇ ਸਿਧਾਂਤ ਨੂੰ ਭੱਟ ਸਮਝ ਰਹੇ ਨੇ, ਸੱਚਮੁੱਚ ਸਮਝ ਰਹੇ ਨੇ, ਔਰ ਸਮਝ ਕੇ ਜਦੋਂ ਸਿਫਤ ਕਰਦੇ ਨੇ, ਉਦੋਂ ਗੁਰੂ ਪ੍ਰਭੂ ਦੀ ਸਿਫਤ ਤੋਂ ਸ਼ੁਰੂਆਤ ਕਰਦੇ ਨੇ। 3 ਭਵਨ ਭਰਪੂਰ ਰਹੇ ਹੋ ਸੋਈ। ਉਹ ਪ੍ਰਭੂ ਤਿੰਨਾਂ ਭਵਨਾਂ ਵਿੱਚ ਹੈ। ਇੱਕ ਓਂਕਾਰ ਦਾ ਸਿਧਾਂਤ ਉਹਨਾਂ ਪੇਸ਼ ਕਰ ਦਿੱਤਾ। ਉਹਨਾਂ ਇਹ ਨਹੀਂ ਕਿ ਆਸਮਾਨ ਦੇ ਵਿੱਚ ਨਗਰੀ ਹੈ ਜਿੱਥੇ ਰੱਬ ਬੈਕੁੰਠ ਧਾਮ ਲਾ ਕੇ ਬੈਠੇ। ਉਹਨਾਂ ਨੇ ਰੱਦ ਕਰ ਦਿੱਤਾ ਇਸ ਸੋਚ ਨੂੰ, ਇਸ ਵਿਚਾਰਧਾਰਾ ਨੂੰ ਕੰਡੈਮ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਉਹਨਾਂ ਨੇ ਫੋਲੋ ਕੀਤਾ। 3 ਭਵਨ ਭਰਪੂਰ ਰਹੇ ਹੋ ਸੋਈ। ਪ੍ਰਭੂ ਤਿੰਨਾਂ ਭਵਨਾਂ 'ਚ ਰਵਿਆ ਹੋਇਆ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਐਸੇ ਰੱਬ ਦੀ ਭਗਤੀ ਕੀਤੀ। ਜਦੋਂ ਭੱਟ ਜੀ ਸਿਫਤ ਕਰਦੇ ਨੇ, ਦੂਜੇ ਸਵਈਏ ਦੇ ਵਿੱਚ ਹੀ ਆਖਦੇ ਨੇ ਇਹ ਵਚਨ, ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਜਿਹੜਾ ਗੋਬਿੰਦ ਸਾਰਿਆਂ ਵਿੱਚ ਹੈ ਨਾ, ਗੁਰੂ ਨਾਨਕ ਨੇ ਉਹਦੀ ਭਗਤੀ ਕੀਤੀ, ਇੱਕ ਮਨ ਹੋ ਕੇ ਕੀਤੀ, ਤਨ ਮਨ ਧਨ ਸੌਂਪ ਦਿੱਤਾ ਉਸ ਰੱਬ ਨੂੰ। ਇਹ ਭਗਤੀ ਕਿੱਦਾਂ ਦੀ ਹੋਈ ਜੀ? ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਕਹਿ ਦਿੱਤਾ ਵੀ ਮੈਂ ਦੱਸਦਾ ਤੁਹਾਨੂੰ ਭਗਤੀ ਕਿਹੜੀ ਹੈ, ਆਓ ਤੁਹਾਨੂੰ ਦੱਸਾਂ। ਜਿੰਨੇ ਰੱਬ ਦੇ ਨਾਮ ਨੇ ਸਾਰੇ ਉਹਦੇ ਗੁਣ ਨੇ, ਚਾਹੇ ਕਰਤਾ, ਚਾਹੇ ਨਿਰਭਉ, ਚਾਹੇ ਨਿਰਵੈਰ, ਦਿਆਲੂ, ਕਿਰਪਾਲੂ, ਬਖਸ਼, ਸਾਰੇ ਉਹਦੇ ਗੁਣ ਨੇ। ਤੇ ਜੇ ਗੁਣ ਧਾਰਨ ਕਰ ਲਏ ਉਹਦੇ ਤੇ ਉਹਦੀ ਭਗਤੀ ਹੋ ਗਈ, ਜਿਹਦੇ ਗੁਣ ਧਾਰਨ ਨਹੀਂ ਕੀਤੇ ਉਹਦੀ ਭਗਤੀ ਨਹੀਂ ਹੈ। ਆਓ ਤੁਹਾਨੂੰ ਦੱਸਾਂ ਰੱਬ ਦੀ ਭਗਤੀ ਕੀ ਹੁੰਦੀ ਹੈ। ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣਾ ਤੋਂ ਬਿਨਾਂ ਭਗਤੀ ਨਹੀਂ ਹੈ। ਉਹਦੇ ਗੁਣ ਧਾਰਨ ਕਰ ਲਓ, ਤੇ ਜਦੋਂ ਗੁਣ ਧਾਰਨ ਕਰੋਗੇ ਉਦੋਂ ਕੀ ਹੋਏਗਾ? ਤਨ ਮਨ ਧਨ ਗੋਬਿੰਦ ਦੀ। ਉਹ ਗੁਰੂ ਨਾਨਕ ਸਾਹਿਬ ਨੇ ਆਪਣਾ ਤਨ ਮਨ ਧਨ ਗੋਬਿੰਦ ਨੂੰ ਦੇ ਦਿੱਤਾ।
मन करके रब नूं सारिਆਂ ਚ ਦੇਖਿਆ ਤੇ ਰੱਬ ਦੀ ਸੋਚ ਸੋਚੀ। तन करके समाज विच वसे रब की सेवा की। धन करके समाज का भला किया, सौंप दिता गोबिंद नूं ते गोबिंद सारे संसार विच है। किते आया गुरु नानक पातशाह ने अपने चढ़ावे दे नाल कोठी हवेली खड़ी कर दी, वो ते अपने परिवार दे लई खेतीबाड़ी कर रहे हैं। हाँ, जिहड़ा चढ़ावा आ रहा धन, उहदे नाल करतारपुर नगर वसा रहे हैं, तन दे नाल उसारी करवा रहे हैं। मन दे नाल उन्हां दी सोच चंगी है कि इदां दा मॉडल होवे दुनिया दे विच जिथे दस्सिया जा सके भी इदां इंसान रहे। और उस नगर दा नाम अपने नाम ते नहीं रख रहे, रब दे नाम ते। इत्थे करतार वसदा है, करतारपुर करता वसै, इत्थे करता वसदा है। इत्थे ओ जीव वसदे ने जिहड़े कुछ कर रहे ने समाज दे लई। सच्चे सुच्चे इंसान वसदे ने, इत्थे रब वर्गे इंसान वसदे ने। एक मॉडल दिता दुनिया नूं, जिन्हां कोल घर नहीं सी दे घरिआं नूं घर बना के दित्ते। इत्थे धन दिता गोबिंद नूं, जिन्हां कोल रोजगार नहीं सी उन्हां नूं दुकानां खोल के दित्तियां, विच समान पा के दिता। बुजुर्गां दी संभाल दे लई सारा कुछ तैयार कीता, बच्चियां दी संभाल दे लई, रोगियां दी संभाल लई दवाखाने, गुरु सवाना ने सारा कुछ कीता। आया भगती रब दी, अपना तन मन धन गोबिंद दी खातर समर्पित करना। सतगुरु नानक भगत करी एक मन, किदां कीती? तन मन धन गोबिंद दियो। मन करके चंगी सोच, जिहदे नाल चंगे नगर वसे। तन करके हथीं सेवा ते धन करके चढ़ावा उन्हां ते सौंपिया। उस तो बाद अंगद अनंत मूर्त निज धारी, अगम ज्ञान रस रस्यो हियो। उसे लड़ी नूं जिवें पिछले भट्टा ने कहा सी कि गुरु नानक दी सोच अगे वधी गई, गुरु नानक की सोच गुरु अंगद दे पातशाह तक आई। गुरु अंगद दे पातशाह तो गुरु अमरदास पातशाह तक सोच गई। गुरु अमरदास करतार कियो बस, वाह वाह करते आयो। श्री गुरु रामदास जयो जय जग में तय, हर परम पद पायो। गुरु अमरदास ने करतार नूं बस कर लिया, भाव करता बन गए। करता उन्हां दे अधीन हो गया, करन लग गए समाज दे लई। याद रखियो, दुनिया दी एक सोच है कि 40 साल की उम्र तक जे किसी ने घर बना लिया तो बना लिया, 40 साल की उम्र तो बाद घर बनाने बड़े औखे होंदे ने। 60 साल की उम्र तो बाद तो रिटायरमेंट नेड़े आ जाती, फिर कित्थे घर बनते हैं। पर धन गुरु अमरदास पातशाह 72 साल की उम्र च पूरा शहर बना रहे हैं। गोबिंदवाल पूरे नगर की उसारी कर रहे हैं। साडे लई घर बनाना औखा है, असीं कहने 60 साल उम्र हुई खत्म। एडी चढ़दी कला गुरमुख बुढ़े कदे नहीं। बुढ़ापे का संबंध शरीर नाल नहीं, साडी सोच नाल है। 30 साल के जवान ने मान लिया मैं बुढ़ा हो गया, उदण ही हो गया। 80 साल के बाबे ने कहा मैं जवान हाँ, वो जवान है, बुढ़ापा उन्हें छो भी नहीं सकता। ये साडी मानसिक स्थिति का नाम है। और सतगुरु गुरु अमरदास ने पूरने पाए, करता बन गए, करता नूं वस च कर लिया। 72 साल की उम्र में कुछ कर रहे हैं, गोइंदवाल वसा रहे हैं, शहर वसा रहे हैं, बौली साहब की उसारी करा रहे हैं, 95 साल की उम्र तक कौम की अगवाई कर रहे हैं। उस तो बाद इसे रब नूं गुरु रामदास पातशाह ने हिरदे च प्रगट कर लिया। रब्बी गुणा नूं श्री गुरु रामदास जयो जय जग में तै हर परम पद पायो। तुहाडी परम अवस्था की है? हरि, तुसीं रब हो गए। क्यों? तुहाडे च रब वाले गुण ने, रब्बी गुण तुहाडे च प्रगट हो गए। इसे नूं ही फिर भट्ट बल जी जदों समाप्ति करते हैं अपने सवैयां दी, ते समाप्ति विच जाके जिवें सतगुर सिमरंत नैन के तिमर मिटै खिन, अखां दे छोड़ मुक जांदे ने, रब दिसन लग जांदा सारियां चों। कर फकर दायम लाए चश्मे जह तहां मौजूद, अखीर ते जाके सोई रामदास गुर बल्य भण मिल संगत धन धन करो। जे सतगुर लग प्रभ पाइयै सो सतगुर सिमरो नरो। उस गुरु नाल जुड़ के रब पाया जाना है। ज्ञान ने ही दसना रब किथे है। इस करके गुरु नाल जुड़ जाओ, गुरु सिखाएगा, आओ तुहानू रब नाल जोड़ देना। इस करके बाकी मंदिर मसीतां चर्च सिनेगाग आदिक रब दे घर वो मन सकते ने, पर गुरुद्वारा सिक्ख्या दा केंद्र है, पूजा दा केंद्र नहीं है। गुरुद्वारा साडा स्कूल है। गुरुद्वारे स्कूल विच गुरु टीचर है। गुरुद्वारे होए सोझी पाई सी, गुरु दर ते सी सोझी ज्ञान लैन जाना है, रब दी पूजा करन थोड़े जाना है। असीं सोझी लैन जाना है ते उत्थे है टीचर। असीं हाँ बच्चे, मेरे राम हम बारिक हर प्रभ के है याने। ते गुरु की है? धन धन गुरु गुरु सतगुरु पांदा।
जिन्हें हर उपदेश दे के ये सियाणे गुरु पांदा है, टीचर है जिहड़ा उपदेश दे के सानू सियाणे कर दिंदा है। इस करके उन्होंने धन करो, धन धन गुरु गुरु सतगुरु पांदा, सोई रामदास गुर बाल्य पण मिल संगत धन धन करो, क्योंकि उन्हें दसना है, ज्ञान उन्हें देना है। जे सतगुरु लग प्रभ पाई है सो सतगुरु सिमरो नरो। पटबल तो बाद पट कीरत दे फिर 4 सवैये ने अगों गुरु रामदास पातशाह जी की सिफत दे। उन्होंने फिर इत्थों ही शुरुआत की, जिन शब्द कमाए परम पद पायो, सेवा करत ना छोड़ियो पास। ਉਹ ਗੁਰੂ ਰਾਮਦਾਸ ਪਾਤਸ਼ਾਹ जिन्हां ने गुरु के शब्द ਨੂੰ कमाया। गुरु का शब्द है गुरु का ज्ञान, गुरु के ज्ञान ਨੂੰ धारण करके परम पद पायो। गुरु के ज्ञान ने रब ਨੂੰ प्रगट कर दिता, उन्होंने परम पद रब की अवस्था प्राप्त कर ली। उच्ची पदवी है प्रभु च भेदता, इनू परम पद आखते हैं। सारिਆਂ ਨੂੰ हासिल हो सकती है, सारिਆਂ ਦੇ अंदर रब की अवस्था आ सकती है, क्योंकि नौनिध अमृत प्रभ का नाम देही में इसका विश्राम। रब का नाम अंदर ही है, उहदे सारे गुण अंदर ही ने, निरभैता, निर्वैरता, सच्चाई, ईमानदारी, प्रेम, निम्रता। कोई मनुख ये नहीं कह सकता कि मेरे अंदर सच नहीं है जी, मैनू पता नहीं सच की, मेरे अंदर सच नहीं। सच सारिਆਂ ਦੇ अंदर है, वरतों कोई कोई करता है, पर जिहड़ा वरतों करता है उहदे अंदर सच प्रगट हो जाता है। कोई ये नहीं कह सकता भी मेरे च निम्रता नहीं है, निम्रता का गुण सारिਆਂ ਦੇ अंदर है, पर कोई विरला इस निम्रता के गुण ਨੂੰ ਵਰਤ ਲੈਂਦਾ है। कोई ये नहीं कहता भी मेरे अंदर मिठी जुबान नहीं है, जुबान है, वरतदा कोई है। कोई ये नहीं कह सकता कि मेरे अंदर रब ने ईमानदारी का गुण नहीं भरिया, ईमानदारी का गुण है, वरतदा कोई है, जिहड़ा वरतदा है वो भगत है। गुण निधान भगतन को बर्तन, बिरला पावे कोई बिरला भगत बन के इन्हां गुणां दी वरतों करदा है। ते जिहड़ा सच नूं, करता नूं, निरभैता नूं, निम्रता नूं, सच्चाई नूं, ईमानदारी नूं वरतदा है, वो रब वर्गा हो जाता है, क्योंकि रब दे इत्ते सारे गुण ने। जिन शब्द कमाए परम पद पायो, सेवा करत ना छोड़ियो पास। फिर उन्हां गुरु दा पास, गुरु दा साथ, पासा गुरु दा छड्डिया नहीं। गुरु रामदास पातशाह जी ने गुरु ज्ञान नूं कमाया, ते कमान दा मतलब अप्लाई कीता, जिंदगी विच धारण कीता, और उसे नूं धारण करके नानक नाम निरंजन जानियो। फिर उसे लड़ी नूं हुण भट्ट जिहड़े ने कीरत वो भी तोड़ रहे ने कि हर एक गुरु इस सच का ज्ञान अगले गुरु नूं दिंदा, जिन्हों दिंदा गया वो गुरु की अवस्था ते पहुंचता गया। नानक कक्के नूं सियारी नानक ने नाम निरंजन जानियो, किन्नी भगत प्रेम लिव लाई, ताते अंगद अंग संग प्यो सायर, तिन शब्द सुरत कीनी वरखाई। आमतौर पर प्रिंटेड बीड़ा च पाठ है, तिन शब्द सुरत की नींव रखाई। शब्द सुर की नींह गुरु नानक साहब रख के गए ने, शब्द गुरु सुर पहुंचे दा नींह ते गुरु नानक पातशाह रख गए ने शब्द सुर की। गुरु अंगद देव पातशाह ने उस शब्द सुर की वरखा की, दुनिया च फैलाया। तिन शब्द सुरत कीनी वरखाई, शब्द सुर दी भाव अपनी सुरती शब्द नूं लै आओ। इन्हू भी बड़ा कॉम्प्लीकेटेड सब्जेक्ट बनाया हुआ है, सिंपल जा सादा जा तरीका है। शब्द मैंने गुरु का ज्ञान, गुरु की फिलोसफी, गुरु का सिद्धांत। सुरत मैंने साड़ी सोच, साड़ी मैंटैलिटी, साड़ी मानसिकता। शब्द सुरत का मेल किवें होएगा? जो गुरु का ज्ञान साड़ी सोच विच वस जाएगा, जो गुरु का सिद्धांत साड़ी मानसिकता विच टिक जाएगा, जो गुरु की फिलोसफी साड़ी मैंटैलिटी विच आके टिक जाएगी, शब्द ते सुर का मेल हो जाएगा। गुरु अंगद देव पातशाह ने जिन्ने भी उन्होंने सामने आए उन्होंने दी सुरत च शब्द टिका दिता, वरखा ही कर दी। तिन शब्द सुरत कीनी वरखाई, गुरु अमरदास की अकथ कथा है, एक जी कछ कही ना जाए, सोडी सृष्ट सगल तारण को आप गुरु रामदास को मिली वडाई। और रब वाली वडाई हुण गुरु रामदास पातशाह नूं मिल गई। गुरु दी पदवी ते पहुंच गए, ज्ञान दी वरखा करन लग पे, रब दा रूप हो गए। ते यही पट कीर्त ने जिन्हां दा बड़ा प्रसिद्ध सवैया असी अक्सर श्रवण करते हाँ, हम अवगुण परे, हम अवगुण परे, एक गुण नाही, अमृत छाड़ बिखै बिख खाई, माया मोह परम पै भूले, सुत दारा स्यों प्रीत लगाई। किन्ने ने जिहड़े इदां जाके गुरु अगे खलो के अरदास करते हैं। साडी ते अरदास हुंदी, सतगुरु असीं इन्ने पाठ करके आए हैं,
ਇਹ ਤੇ ਇਸ ਤਰ੍ਹਾਂ ਮੰਨ ਲਓ ਜਿਵੇਂ ਕੋਈ ਡਾਕਟਰ ਕੋਲ ਜਾ ਕੇ ਆਪਣੀ ਤੰਦਰੁਸਤੀ ਦੀ ਚਰਚਾ ਕਰਨ ਲੱਗ ਜਾਏ, ਡਾਕਟਰ ਸਾਹਿਬ ਮੇਰੇ ਕੰਨ ਬਿਲਕੁਲ ਠੀਕ ਸੁਣਦੇ ਨੇ, ਮੇਰੀ ਅੱਖਾਂ ਬਿਲਕੁਲ ਠੀਕ ਦੇਖਦੀਆਂ ਨੇ, ਜ਼ਬਾਨ ਬੜੀ ਵਧੀਆ ਚੱਲਦੀ ਮੇਰਾ ਨੱਕ ਬਿਲਕੁਲ ਠੀਕ ਸਾਹ ਲੈਂਦਾ, ਵਧੀਆ ਸੁੰਘਦਾ ਹੈ, ਹੱਥ ਮੇਰੇ ਬਿਲਕੁਲ ਠੀਕ ਨੇ ਜੀ। ਡਾਕਟਰ ਕਹੇਗਾ ਵੀ ਤੂੰ ਆਪਣਾ ਰੋਗ ਦੱਸ, ਮੈਂ ਤੈਨੂੰ ਠੀਕ ਕਰਾਂ। ਇਹ ਨਾ ਕਿ ਮੈਂ ਇੰਨੇ ਪਾਠ ਕਰਕੇ ਆਇਆ, ਕਦੀ ਕਦੀ ਇਹ ਵੀ ਦੱਸ ਦਿਆ ਕਰ ਮੈਂ ਇੰਨੇ ਪਾਪ ਕਰਕੇ ਆਇਆ, ਮੈਂ ਅੱਜ ਕਿਸੇ ਦੀ ਜੇਬ ਕੱਟ ਕੇ ਆਇਆ, ਅੱਜ ਕਿਸੇ ਨੂੰ ਗਾਲ ਕੱਢ ਕੇ ਆਇਆ, ਅੱਜ ਕਿਸੇ ਦੀ ਨਿੰਦਾ ਕਰਕੇ ਆਇਆ, ਅੱਜ ਮੈਂ ਕਿਸੇ ਗਰੀਬ ਦਾ ਹੱਕ ਮਾਰ ਕੇ ਆਇਆ, ਅੱਜ ਮੈਂ ਝੂਠ ਬੋਲ ਕੇ ਆਇਆ। ਜਦੋਂ ਭਾਈ ਗੁਰਦਾਸ ਗੁਰੂ ਦੇ ਚਰਨਾਂ ਚ ਆਉਂਦੇ ਨੇ, ਤੰਦਰੁਸਤੀ ਦੀ ਚਰਚਾ ਨਹੀਂ ਕਰਦੇ, ਆਖਦੇ ਨੇ ਮੇਰੇ ਸਤਿਗੁਰੂ ਵੈਦ ਮੈਂ ਦੱਸਣ ਲੱਗਿਆ ਮੇਰੇ ਅੰਦਰ ਕੀ ਹੈ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਇੱਕੋ ਸਾਹੇ ਆਪਣੇ 20 ਔਗੁਣ ਗਣਾ ਦਿੰਦੇ ਨੇ, ਹਾਲਾਂਕਿ ਉਹਨਾਂ ਚ ਹੈ ਨਹੀਂ, ਸਾਡੇ ਲਈ ਪੂਰਨੇ ਪਾਰੇ ਨੇ। ਇੱਕੋ ਸਾਹੇ ਕਿ ਮੇਰੇ ਅੰਦਰ ਆ ਗੁਣ ਨੇ, ਔਗੁਣ ਭਰੇ ਹੋਏ ਨੇ ਮਾਲਕਾ, ਮੈਂ ਕੀ ਕਰਾਂ, ਤੇਰੇ ਦਰ ਤੇ ਚੱਲ ਕੇ ਆਇਆ ਵਾਂ। ਹੋਂ ਅਪਰਾਧੀ ਗੁਨਾਹਗਾਰ, ਹੋਂ ਬੇਮੁਖ ਮੰਦਾ, ਚੋਰ ਯਾਰ ਜਵਾਰ, ਹੋਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਟਿਕੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸਘਾਤੀ ਅਕ੍ਰਿਤਕਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਤੂੰ ਹੀ ਤੇ ਵੈਦ ਹੈ, ਤੈਨੂੰ ਨਹੀਂ ਰੋਗ ਦੱਸਾਂਗਾ, ਤੈਨੂੰ ਦੱਸਾਂਗਾ, ਮੇਰਾ ਵੈਦ ਗੁਰੂ ਗੋਬਿੰਦਾ। ਏਦਾਂ ਕਿੰਨੇ ਕੁ ਅਰਦਾਸ ਕਰਦੇ ਨੇ ਵੀ ਮੈਂ ਇੰਨੇ ਪਾਪ ਕਰਕੇ ਆਇਆ, ਇੰਨੇ ਗੁਨਾਹ ਕਰਕੇ ਆਇਆ, ਮੇਰਾ ਇਹ ਰੋਗ ਦੂਰ ਕਰ ਸਤਿਗੁਰੂ। ਹਮ ਅਵਗੁਣ ਭਰੇ, ਇਹ ਨਹੀਂ ਇੱਕ ਦਾ ਗੁਣ ਵੀ ਹੈ, ਨਹੀਂ ਨਹੀਂ, ਇੱਕ ਗੁਣ ਨਹੀਂ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਸਾਨੂੰ ਪਤਾ ਲੱਗਿਆ ਵੀ ਇੱਕੋ ਇੱਕ ਰਸਤਾ ਹੈ ਤੇਰੇ ਘਰ ਤੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ, ਰੱਬ ਦੇ ਘਰ ਦਾ ਰਸਤਾ। ਉਹ ਤੇਰੇ ਘਰ ਆ ਗਏ ਆ, ਤੇਰੀ ਸੰਗਤ ਚ ਆ ਗਏ ਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰੂ ਸੰਗਤ ਰਾਹੀਂ ਗੁਰਮੁਖ ਪਿਆਰਿਆਂ ਤੋਂ ਅਸੀਂ ਇੱਕ ਉੱਚਾ ਰਸਤਾ ਸੁਣਿਆ ਰੱਬ ਦੇ ਘਰ ਪਹੁੰਚਣ ਦਾ। ਉਹ ਰਸਤਾ ਲੈਣ ਆਏ ਆ, ਉਹ ਸੋਚ ਲੈਣ ਆਏ ਆ, ਉਹ ਮੈਥਡ ਲੈਣ ਆਏ ਆ, ਉਹ ਤਰੀਕਾ ਲੈਣ ਆਏ ਆ। ਪੰਥ ਮੈਨੇ ਉਹ ਸਾਡੀ ਸੋਚ, ਉਹ ਸੋਚ ਗੁਰਮਤ ਵਾਲੀ। ਪੰਥ ਮੈਨੇ ਗੁਰੂ ਦੇ ਸਿਧਾਂਤ, ਪੰਥ ਮੈਨੇ ਗੁਰੂ ਦਾ ਗਿਆਨ, ਪੰਥ ਮੈਨੇ ਗੁਰੂ ਦਾ ਹੁਕਮ। ਉਹ ਜਿਹੜਾ ਪੰਥ ਹੈ ਨਾ, ਉਹ ਰਸਤਾ ਜਿਹੜਾ ਅਸੀਂ ਸੁਣਿਆ ਸੀ ਕਿਸੇ ਗੁਰਮੁਖ ਪਿਆਰੇ ਤੋਂ ਵੀ ਇੱਕੋ ਇੱਕ ਰਸਤਾ ਹੈ, ਇੱਕੋ ਇੱਕ ਸਿਧਾਂਤ ਹੈ, ਇੱਕੋ ਇੱਕ ਸੋਚ ਹੈ ਜਿਹੜੀ ਸਾਰੇ ਸੰਸਾਰ ਨੂੰ ਆਨੰਦਮਈ ਬਣਾ ਸਕਦੀ ਹੈ, ਬੇਗਮਪੁਰਾ ਬਣਾ ਸਕਦੀ ਹੈ, ਹਲੇਮੀ ਰਾਜ ਬਣਾ ਸਕਦੀ ਹੈ। ਉਹ ਸੋਚ ਲੈਣ ਆਇਆ, ਸਾਨੂੰ ਵੀ ਆਪਣੀ ਸੋਚ ਦੇ ਦਿਓ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਜਦੋਂ ਉਹ ਸੋਚ ਮਿਲ ਗਈ, ਜਨਮ ਮਰਨ ਮੌਤ ਤੇ ਸਾਰੇ ਡਰ ਹੀ ਮੁੱਕ ਗਏ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਕਿੰਨੇ ਪੂਰੇ ਅਰਦਾਸ ਕਰਦੇ ਨੇ, ਜਿਹੜੀ ਅਰਦਾਸ ਪਾਠ ਕੀਰਤ ਕਰ ਰਹੇ ਨੇ। ਸਾਡੀ ਅਰਦਾਸ ਵਿੱਚ ਤੇ ਸ਼ਿਕਾਇਤਾਂ ਹੁੰਦੀਆਂ ਨੇ, तू अभी नहीं देता, वो भी नहीं देता, अभी नहीं देता, वो भी नहीं देता। गिन तो लेते हैं गुनाह उंगलियों पे, रहमतों का हिसाब कौन करे। साडी अरदास ते मंगा ते खड़ी है। शुक्र है गुरु कल्प वृक्ष नहीं है। जिहड़ा कल्प वृक्ष है ना, ਉਹਦੇ ਤੋਂ ਜੋ ਉਹਦੇ ਥੱਲੇ ਖਲੋ ਕੇ ਕਲਪਨਾ ਕਰ ਲੋ ਮਿਲ ਜਾਂਦਾ ਹੈ। ਪੁਰਾਣਿਕ ਗਾਥਾ ਹੈ, ਸੱਚਾਈ ਨਹੀਂ। ਉਹਨਾਂ ਨੇ ਮੰਨਿਆ ਗੁਰੂ ਕਲਪ ਵ੍ਰਿਸ਼ ਨਹੀਂ, ਵੀ ਜੋ ਮੰਗੋ ਮਿਲ ਜਾਂਦਾ ਹੈ। ਕਿਉਂਕਿ ਮੰਗਣ ਵਾਲੇ ਤੇ ਐਸੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਮੈਂ ਗਵਾਂਢੀ ਦੀ ਕੋਠੀ ਤੇ ਕਬਜ਼ਾ ਕਰ ਲਵਾਂ। ਮੰਗਣ ਵਾਲੇ ਤੇ ਉਹ ਵੀ ਨੇ ਜਿਹੜੇ ਆਖਦੇ ਨੇ ਮੈਂ ਭਰਾ ਦੀ ਜ਼ਮੀਨ ਤੇ ਕਬਜ਼ਾ ਕਰ ਲਵਾਂ। ਮੰਗਣ ਵਾਲੇ ਤੇ ਉਹਨੇ ਜਿਹੜੇ ਮੈਂ ਕਹਿੰਦੇ ਆਖਦੇ ਨੇ ਮੈਂ ਚੋਰੀ ਕਰ ਆਵਾਂ। ਗੁਰੂ ਚੋਰੀਆਂ ਥੋੜੇ ਕਰਾਏਗਾ। ਗੁਰੂ ਮੰਗਣ ਵਾਲੇ ਤੇ ਕਹਿੰਦੇ ਮੈਂ ਫਲਾਣੇ ਦੁਸ਼ਮਣ ਦਾ ਕਤਲ ਕਰ ਦਿਆਂ। ਗੁਰੂ ਕਤਲ ਥੋੜੇ ਕਰਾਏਗਾ। ਮੰਗਣ ਵਾਲੇ ਤੇ ਆਖਦੇ ਨੇ ਮੈਂ ਕਿਸੇ ਦੀ ਧੀ ਭੈਣ ਕੱਢ ਕੇ ਲੈ ਜਾਵਾਂ। ਹੁਣ ਗੁਰੂ ਕਿਸੇ ਦੀ ਧੀਆਂ ਥੋੜੇ ਕਢਾਏਗਾ। ਸ਼ੁਕਰ ਹੈ ਕਿ ਗੁਰੂ ਕਲਪ ਵ੍ਰਿਸ਼ ਨਹੀਂ ਹੈ ਕਿ ਜੋ ਕਲਪਨਾ ਕਰੋ ਮਿਲ ਜਾਏ। ਅਸੀਂ ਤੇ ਪਰਾਲੀਆਂ ਮੰਗਦੇ ਹਾਂ, ਦਾਣਾ ਤੋਂ ਕੋਈ ਬਿਰਲਾ ਮੰਗਦਾ ਹੈ। ਮੰਗਣ ਵਾਲੇ ਜਿਤੜੇ ਸਭ ਬੰਨੇ ਪੰਡ ਪਰਾਲ। ਮੰਗਣ ਵਾਲੇ ਪਰਾਲੀ ਦੀਆਂ ਪੰਡਾਂ ਮੰਗੀ ਜਾਂਦੇ ਨੇ, ਦਾਣੇ ਛੱਡ ਦਿੰਦੇ ਨੇ, ਤੱਤ ਨੂੰ ਛੱਡ ਦਿੰਦੇ ਨੇ, ਫੋਕ ਹੀ ਮੰਗੀ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਕਹਿ ਦਿੱਤਾ ਮੰਮਾ ਮੰਗਣ ਹਾਰ ਇਆਣਾ। ਪਤਾ ਹੀ ਨਹੀਂ ਕੀ ਮੰਗਣਾ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਕੋਈ ਨਹੀਂ ਆ ਕੇ ਆਖਦਾ ਸਤਿਗੁਰੂ ਮੈਂ ਤੇਰੇ ਦਰ ਤੋਂ ਸੱਚ ਲੈਣ ਆਇਆ, ਗੁਣ ਲੈਣ ਆਇਆ, ਦਇਆ ਲੈਣ ਆਇਆ। ਮੇਰੇ ਅੰਦਰ ਦਇਆ ਹੋਵੇ, ਮੈਂ ਕਿਸੇ ਗਰੀਬ ਤੇ ਤਰਸ ਖਾ ਸਕਾਂ। ਮੈਂ ਤੇਰੇ ਕੋਲੋਂ ਸਬਰ ਈਮਾਨਦਾਰੀ ਲੈਣ ਆਇਆ ਤਾਂ ਕਿ ਮੈਂ ਹੱਕ ਦੀ ਕਮਾਈ ਖਾ ਸਕਾਂ। ਮੈਂ ਤੇਰੇ ਕੋਲੋਂ ਸਿਫਤ ਲੈਣ ਆਇਆ ਤਾਂ ਕਿ ਕਿਸੇ ਦੀ ਨਿੰਦਾ ਨਾ ਕਰ ਸਕਾਂ। ਕਿੰਨੇ ਕੁ ਨੇ ਜਿਹੜੇ ਗੁਣਾਂ ਦੀ ਗੰਠੜੀ ਬੰਦੇ ਨੇ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਸਾਡੀ ਅਰਦਾਸ ਕੀ ਹੈ? ਅਰਦਾਸ ਏਦਾਂ ਹੋਵੇ ਸਾਨੂੰ ਰੱਖ ਲਓ,
बचा लो इन्हां विकारां तो, रख लो मैंने बचा लो। एक अरदास पाठ कीरत की गुरु रामदास राखो शरणाई। अगले दो सवैये ने पट सल जी दे, उन्होंने गुरु नूं सूरमा किया है, मोह मल विवस कियो, काम गया केस पछाड़ियो। उस तो अगे उस गुरु नाल जुड़िया की हुंदा है, दो ही सवैये ने ते दूजे सवैये दे विच नतीजा कढ़ दिता, रिजल्ट कढ़ दिता आखिरी, अग अंतक बदै ना सल्य कहो गुरु रामदास तेरी शरण। हुण कोई भी अग कोई पाप नेड़े आउंदा ही नहीं, मैं डरदा ही नहीं किसी पाप तो, किसी जमदूत तो, अंतक तो, जम तो डरदा ही नहीं आ। मैं उस फिलोसफी नूं ही त्याग दिता है, मैं फिलोसफी छड्ड दित्ती, सनातन मत वाली सोच ही त्याग दित्ती। हुण मैं तेरी शरण च आया, तेरी सोच लैण वास्ते मैनूं गुरु दी सोच मिल जाए। सा मत देहो दयाल प्रभ चित तुम्हें आराधा, तुम करो दया मेरे साईं, ऐसी मत दीजिए मेरे ठाकुर, सदा सदा तू ध्याई। मैं ओ वाली सोच त्याग दी, तेरी सोच लैण आया तेरी शरण विच, अग अंतक बधै ना सल्ले कव गुरु रामदास तेरी शरण। असीं गुरु दी शरण विच भी जाने आ, सोच गुरु दी छड्ड के अपनी मन दी करी जाने। साडी सोच ते जां मनमती हुंदी है जां अनमती हुंदी है। मत्था असीं गुरु दी चरणां च टेकदे आ, सोच असीं किसी होर दी वरतदे आ। नहीं यकीन ते तीन मौके आंदे ने साडी जिंदगी च परखण दे, असीं गुरु दी सोच वरती है जां अपनी। बच्चे दे जन्म समय जन्म ते संस्कार गुरु दे हुक्मां मुताबक है जां अपनी सोच मुताबक है। विआह शादी वेले आनंद कारज गुरु दी सोच मुताबक है जां अपनी मन मर्जी नाल विआह शादियां असीं करदे आ। मृतक संस्कार वेले गुरु दी सोच काम कर रही है जां साडे मनमती अडंबर पखंड नाल चल रहे ने। तीन मौके आंदे ने, असीं परखे जाने आ कि मत्था ते गुरु नूं टेकदे आ, सोच अपनी है। इत्थे भट्ट सल जी आखदे ने, मैं सतगुरु रामदास साहब तेरी शरण विच आ, तेरी सोच लैण वास्ते आया। इस तो अगे भट्ट कल सहार जी दे 12 सवैये ने रब दी सिफत नाल आरंभता कीती, सिमरन सोई पुरख अचल अविनाशी। ते जदों गुरु अर्जन देव पातशाह का जिक्र करते हैं, गुरु रामदास घर की ओ प्रगासा, सगल मनोरथ पूरी आसा, तैं जनमत गुरमत ब्रह्म पछाणे। भाई लैणे नूं गुरमत बाद च मिली, 28 साल की उम्र च जदों गुरु नानक दे घर आए। बाबा अमरदास जी नूं गुरमत बाद विच मिली जदों 60-62 साल की उम्र च गुरु नानक दे घर आए। भाई जेठे नूं गुरमत बाद विच मिली जदों 7-8 साल की उम्र तो बाद गुरु दे घर विच आए। पर गुरु अर्जन देव पातशाह ऐसे गुरु ने जिन्हां दा प्रकाश ही गुरु दे घर च होया। नाना गुरु अमरदास गद्दी ते बैठे ने ते गोद च खड़ाया, 11.5 साल गोद च खड़ाया गुरु अर्जन देव पातशाह जी नूं नाना गुरु अमरदास साहब ने। 11.5 साल की उम्र च पिता गुरु रामदास पातशाह बह गए, पिता की गोद च गुरमत मिली। गुरु अर्जन देव पातशाह पहले गुरु ने जिन्हां नूं जन्म तो घरों गुरमत मिली, तैं जनमत गुरमत ब्रह्म पछाणियो। जन्म तो उन्होंने गुरु की मत लई, गुरु का ज्ञान लिया ते ब्रह्म नूं पछाण लिया कि रब ते सारिਆਂ विच है, पछाण लिया। ते ਇਹ नहीं भी ये तुक हुण सार्थक उस जमाने च होगी, हुण ਇਹਦਾ कोई वैल्यू ਇਹਦੀ नहीं अज भी वैल्यू है। ऐ सिखा जे अज तेरे घर पैदा होने वाला बच्चा जन्म तो गुरु की मत लै रहा है, समझ ली ये तुक गुरबाणी की त्रै काल सच है, तैं जनमत गुरमत ब्रह्म पछाणियो। असीं इस तुक नूं कमाउणा है, असीं तुक बनना है। सतगुर की बाणी सत स्वरूप है, गुरबाणी बणीए। अज ये तुक साडे घरां च साकार होनी चाहिए है, साडे बच्चों नूं जन्म तो गुरु की मत मिलनी चाहिए, फिर ये तुक सार्थक है साडे लई। ते जदों ये तुक सार्थक होएगी साडे घर भगत जन्म लैणगे, क्योंकि गुरु अर्जन देव पातशाह भगत बने। फिर भगत जोग को जैतवार हर जन को पायो। उसे नूं ही अगे भट्ट जी की कल सहार जी ने पिछले पट्टां दी तरह ही गुरु नानक की सोच गुरु अंगद देव पातशाह, गुरु अंगद देव पातशाह गुरु अमरदास पातशाह तक पहुंची। गुरु नानक अंगद अमर लाग उत्तम पद पायो, गुरु अर्जुन कल गुरु रामदास भगत उत्तर आयो। जिस दिन गुरु की मत असीं बच्चों को दे देंगे, साडे बच्चे भी भगत हो जाएंगे, उन्हां दी सोच भी गुरु वाली रब वाली हो जाएगी। इस तरह ही गुरु नानक अंगद वरियो, गुरु अंगद अमर निधान, गुरु रामदास अर्जुन वरियो, पारस परस प्रमाण। छो मिल जाती है ना पारस वाली, ते ये पारस की छो सोना नहीं बनाती, पारस ही कर देती है। जिस दिन सिख नूं गुरु की छो मिल जाएगी, सिख दे अंदर भी इन्नी समर्था आ जाएगी, वो दूजे नूं भी गुरु नाल जोड़ सकता है। इहनूं कहंदे ने दीपक ते दीपक प्रगासिया।
ਜਗਦਾ ਦੀਵਾ ਬੁਝੇ ਦੀਵੇ ਨੂੰ ਜਗਾ ਦੇ, ਤੇ ਕੇਵਲ ਜਗਾਉਂਦਾ ਨਹੀਂ, ਨਾਲ ਇੰਨੀ ਸਮਰੱਥਾ ਦੇ ਦਿੰਦਾ ਹੈ, ਉਹ ਜਗਦਾ ਦੀਵਾ ਹੁਣ ਤੀਜੇ ਬੁਝੇ ਨੂੰ ਵੀ ਜਗਾ ਸਕਦਾ ਹੈ, ਚੌਥੇ ਨੂੰ ਵੀ। ਬਸ ਆਪ ਪਾਰਸ ਹੈ ਜਿਹੜਾ ਸਪਰਸ਼ ਕਰਕੇ ਆਪਣੇ ਵਰਗਾ ਕਰ ਲੈਂਦਾ ਹੈ। ਤੇ ਇਸੇ ਨੂੰ ਹੀ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ, हे ਸਤਿਗੁਰੂ ਪਾਤਸ਼ਾਹ, ਭੱਟ ਖਾਲਸਾ ਜੀ ਦੇ ਜਿਹੜੇ ਬਚਨ ਨੇ ਅਸੀਂ ਜਦੋਂ ਪੜ੍ਹਦੇ ਹਾਂ ਉਹਦੇ ਵਿੱਚ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ, ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਛੋ ਕੇ ਆਪਣੇ ਵਰਗਾ ਪਾਰਸ ਕਰ ਲਿਆ। ਮੰਨਿਆ ਜਾਂਦਾ ਪੁਰਾਣੇ ਕਥਾਵਾਂ ਚ ਪਾਰਸ ਧਾਤ ਲੋਹੇ ਨੂੰ ਸੋਨਾ ਕਰਦਾ ਹੈ, ਗੁਰੂ ਪਾਰਸ ਬਣਾ ਨਾਲ ਛੋ ਕੇ ਪਾਰਸ ਹੀ ਕਰ ਦਿੰਦਾ ਲੋਹੇ ਨੂੰ, ਗੁਰੂ ਆਪਣੇ ਵਰਗਾ ਕਰਦਾ ਹੈ। ਇਸ ਤੋਂ ਅੱਗੇ ਭੱਟ ਮਥੁਰਾ ਜੀ ਦੇ ਅਸੀਂ ਜਦੋਂ ਪੜ੍ਹਦੇ ਹਾਂ ਸਵਈਏ, ਉਹਨਾਂ ਸ਼ੁਰੂਆਤ ਇੱਥੋਂ ਕੀਤੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਰੱਬ ਦੀ ਜੋਤ, ਕਿਉਂਕਿ ਉਹਨਾਂ ਚ ਰੱਬ ਵਾਲੇ ਗੁਣ ਨੇ, ਉਹਨਾਂ ਚ ਰੱਬ ਪ੍ਰਗਟ ਹੋ ਰਿਹਾ, ਦਿਸ ਰਿਹਾ ਹੈ, ਕਿਉਂਕਿ ਉਹਨਾਂ ਚ ਦਇਆ ਨਜ਼ਰ ਆ ਰਹੀ ਹੈ, ਉਹਨਾਂ ਵਿੱਚੋਂ ਸੱਚ ਨਜ਼ਰ ਆ ਰਿਹਾ ਹੈ, ਉਹਨਾਂ ਵਿੱਚੋਂ ਨਿਰਭੈਤਾ ਨਜ਼ਰ ਆ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਚੋਂ ਨਿਰਵੈਰਤਾ ਨਜ਼ਰ ਆ ਰਹੀ ਹੈ, ਬਖਸ਼ਿੰਦਗੀ ਨਜ਼ਰ ਆ ਰਹੀ ਹੈ, ਰੱਬ ਦੀ ਜੋਤ ਹੀ ਤੇ ਨਜ਼ਰ ਆ ਰਹੀ ਹੈ, ਰੱਬ ਦੇ ਗੁਣ ਨਜ਼ਰ ਆ ਰਹੇ ਨੇ। ਇਹੀ ਜੋਤ ਅਗਲਿਆਂ ਦੀਵਿਆਂ ਨੂੰ ਜਗਾਉਂਦੀ ਚਲੀ ਗਈ, ਤਾਂ ਤੇ ਅੰਗਦ ਪਇਓ। ਇਹੀ ਜੋਤ ਅੱਗੇ ਚਲਦੀ ਗਈ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਇਹੀ ਜੋਤ ਅੱਗੇ ਚਲਦੀ ਗਈ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਇਹੀ ਜੋਤ ਅੱਗੇ ਚਲਦੀ ਗਈ, ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਤਿੱਖੋ ਨੈਣ। ਅੱਗੇ ਦੇ ਅੱਗੇ ਚਲਦੀ ਗਈ। ਫਿਰ ਉਹ ਜਦੋਂ ਸੱਚ ਦੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਚ ਪ੍ਰਗਟ ਹੋਈ ਸੀ, ਪੰਚਮ ਪਾਤਸ਼ਾਹ ਚ ਆਈ, ਉਹਨਾਂ ਦਾ ਰੂਪ ਸੱਚ ਹੋ ਗਿਆ। ਜਦੋਂ ਦੇਖਦੇ ਉਹਨਾਂ ਦੇ ਰੂਪ ਨੂੰ ਸੱਚ ਨਜ਼ਰ ਆਉਂਦਾ ਹੈ। ਉਹਨਾਂ ਦਾ ਨਾਮ ਵੀ ਸਦੀਵੀ ਹੋ ਗਿਆ। ਜਿੰਨਾ ਚਿਰ ਸੂਰਜ ਧਰਤੀ ਚੰਦਰਮਾ ਆਕਾਸ਼ ਪਤਾਲ ਰਹਿਣਗੇ, ਗੁਰੂ ਅਰਜਨ ਦੇਵ ਪਾਤਸ਼ਾਹ ਰਹਿਣਗੇ, ਉਹਨਾਂ ਦਾ ਨਾਮ ਥਿਰ ਹੋ ਗਿਆ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰਦ ਉਰ ਆਦ ਪੁਰਖ ਪ੍ਰਤੱਖ ਲਿਖਿਓ ਅਛਰ ਮਸਤ ਤੁਰ। ਸੱਚ ਦਾ ਰੂਪ ਹੋ ਗਿਆ। ਇਸੇ ਨੂੰ ਹੀ ਫਿਰ ਭੱਟ ਮਥੁਰਾ ਜੀ ਨੇ ਅੱਗੇ ਚੱਲ ਕੇ ਕਹਿ ਦਿੱਤਾ ਕਿ ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ। ਜਦੋਂ ਅਸੀਂ ਭੱਟ ਮਥੁਰਾ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਪਿੱਛੇ ਮੈਂ ਜ਼ਿਆਦਾ ਅੱਗੇ ਚਲਾ ਗਿਆ ਸੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ, ਤਤ ਸੋ ਤਤ ਮਿਲਾਇਓ। ਉਹੀ ਜੋਤ ਜਦੋਂ ਚਲਦੀ ਗਈ ਤੇ ਹੁਣ ਉਸ ਗੁਰੂ ਵਰਗਾ ਕੋਈ ਵੀ ਨਹੀਂ ਹੈ। ਭਾਵ ਜਗ ਔਰ ਨਾ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਇਸ ਮਹਾਕੁਪ ਹਨੇਰੇ ਵਿੱਚ ਅਵਤਾਰ ਪ੍ਰਗਟ ਹੋਇਆ, ਰੋਸ਼ਨ ਹੋਇਆ। ਭਾਵ ਗੁਰੂ ਗਿਆਨ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿਰਦੇ ਚ ਵਿਚਲੇ ਗੁਰੂ ਗਿਆਨ ਨੇ ਪ੍ਰਕਾਸ਼ ਪੈਦਾ ਕਰ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਿਆਨ ਰੂਪੀ ਰੋਸ਼ਨੀ ਕੀਤੀ। ਇਸ ਕਰਕੇ ਉਹਨਾਂ ਨੂੰ ਕਹਿ ਦਿੱਤਾ ਅਵਤਾਰ ਉਜਾਗਰ ਆਨ ਕੀਓ। ਇਸੇ ਨੂੰ ਅਗਲੇ ਸਵਈਏ ਚ ਕਹਿ ਦਿੱਤਾ, ਲੋਕ ਡੁੱਬ ਰਹੇ ਸਨ, ਗੁਰੂ ਤਾਰਨ ਵਾਸਤੇ ਆ ਗਿਆ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਇਸੇ ਨੂੰ ਅਖੀਰ ਤੇ ਜਾ ਕੇ ਫਿਰ ਭੱਟ ਜੀ ਨੇ ਇਹ ਸਪਸ਼ਟ ਕਹਿ ਦਿੱਤਾ, ਭੱਟ ਮਥੁਰਾ ਜੀ ਨੇ, ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਰੱਬ ਨੇ ਸਾਡੇ ਲਈ, ਉਹਨਾਂ ਚ ਰੱਬ ਦੇ ਗੁਣ ਨਜ਼ਰ ਆ ਰਹੇ ਨੇ। ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਉੱਥੇ ਖੁਦ ਰੱਬ ਨੇ। ਇਸ ਤੋਂ ਅੱਗੇ ਦੋ ਸਵਈਏ ਭੱਟ ਹਰਬੰਸ ਜੀ ਦੇ ਨੇ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਕੀਤੀ। ਉਹਨਾਂ ਨੇ ਪੁਰਾਣਿਕ ਤਸ਼ਬੀਹਾਂ ਵਰਤ ਕੇ ਕਹਿ ਦਿੱਤਾ, ਗੁਰੂ ਦੇ ਚਰਨ ਐਸੇ ਨੇ ਜਿਨ੍ਹਾਂ ਚ ਇਸ਼ਨਾਨ ਕਰਕੇ ਸਿੱਖ ਸੰਗਤ ਆਪਣੇ ਵਿਕਾਰਾਂ ਨੂੰ ਗੁਰਮੁਖ ਪਿਆਰੇ ਧੋ ਲੈਂਦੇ ਨੇ। ਅਨੇਕਾਂ ਸਾਧ ਸੰਗਤ, ਅਨੇਕਾਂ ਰੱਬੀ ਪਿਆਰੇ ਜਿਹੜੇ ਨੇ ਗੁਰੂ ਚਰਨਾਂ ਚ ਇਸ਼ਨਾਨ ਕਰਕੇ ਵਿਕਾਰਾਂ ਨੂੰ ਧੋ ਲੈਂਦੇ ਨੇ, ਪਾਪਾਂ ਨੂੰ ਦੂਰ ਕਰ ਲੈਂਦੇ ਨੇ। ਗੁਰੂ ਦੇ ਚਰਨ ਕਿਨੇ? ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਸਾਡੇ ਅੰਦਰ ਦੀ ਮੈਲ ਨੂੰ ਧੋ ਕੇ ਸਾਫ਼ ਕਰਦਾ ਹੈ। ਔਰ ਅਖੀਰ ਤੇ ਜਾ ਕੇ ਫਿਰ ਮਿਲ ਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਹਰ ਪੈ ਗਇਓ। ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹੈ ਸ਼੍ਰੀ ਗੁਰੂ ਮੋਇਓ। ਇਹ ਨਹੀਂ ਕਿ ਗੁਰੂ ਰਾਮਦਾਸ ਪਾਤਸ਼ਾਹ ਮੁੱਕ ਗਏ, ਨਹੀਂ ਨਹੀਂ, ਉਹ ਤੇ ਰੱਬ ਦਾ ਰੂਪ ਹੀ ਨੇ। ਅੱਗੋਂ ਪ੍ਰਭੂ ਨੇ ਸੰਸਾਰ ਦੀ ਅਗਵਾਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇ ਦਿੱਤੀ। ਜਦੋਂ ਉਹ ਅਗਵਾਈ ਦਿੱਤੀ, ਕਾਟੇ ਸੋ ਪਾਪ ਤੇ ਨਰੋ ਕੇ ਗੁਰੂ ਰਾਮਦਾਸ ਜੀ ਨੂੰ ਪਾਇਓ। ਛਤਰ ਸਿੰਘਾਸਨ ਪ੍ਰਥਮੀ ਗੁਰੂ ਅਰਜੁਨ ਕਹੋ ਦੇ ਆਇਓ। ਭੱਟਾਂ ਨੇ, 11 ਭੱਟਾਂ ਨੇ ਗੁਰੂ ਦੀ ਇਹ ਸਿਫਤ ਕੀਤੀ, ਤੇ ਗੁਰੂ ਦੀ ਸਿਫਤ ਕਰਕੇ ਸਤਿਗੁਰੂ ਪਾਤਸ਼ਾਹ ਦੇ ਗੁਣਾਂ ਨੂੰ, ਉਹਨਾਂ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਪ੍ਰਚਾਰਿਆ, ਦੁਨੀਆ 'ਚ ਪ੍ਰਗਟ ਕੀਤਾ, ਕਿ ਸਾਡੇ ਵਰਗੇ ਜਿਹੜੇ ਕੱਟੜ
ਇੱਕ ਮਤ ਨਾਲ ਜੁੜੇ ਹੋਏ ਹੋਣ ਵਾਲੇ ਜਦੋਂ ਗੁਰੂ ਨਾਨਕ ਦੀ ਸੋਚ ਨੂੰ ਸਮਝਦੇ ਨੇ, ਬਦਲ ਸਕਦੇ ਨੇ। ਇਹ ਲੋਕੋ, ਤੁਸੀਂ ਕਿਉਂ ਨਹੀਂ ਬਦਲ ਸਕਦੇ? ਤੁਸੀਂ ਵੀ ਗੁਰੂ ਨਾਨਕ ਦੀ ਸੋਚ ਨੂੰ ਅਪਣਾ ਕੇ ਦੇਖੋ, ਤੁਹਾਡੀ ਜ਼ਿੰਦਗੀ ਵਿੱਚ ਵੀ ਸੁੱਖ, ਆਨੰਦ, ਖੁਸ਼ੀ, ਪ੍ਰਸੰਨਤਾ, ਖੇੜਾ ਇਹ ਆ ਜਾਏਗਾ। ਇਹ ਸੰਸਾਰ ਸਾਰਾ ਸਮਾਜ ਸੁਖੀ ਤੇ ਆਨੰਦਿਤ ਹੋ ਸਕਦਾ ਹੈ ਜੇ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਲਵੇ। ਅਖੀਰ ਤੇ ਜਿਹੜੀ ਆ ਪੂਰੀ ਅਸੀਂ ਅੰਕਾਵਲੀ ਦੇਖ ਰਹੇ ਹਾਂ, ਇਹਦੇ ਚ 2 ਦਾ ਮਤਲਬ 2 ਸਵਈਏ ਭੱਟ ਹਰਬੰਸ ਜੀ ਦੇ ਪੂਰੇ ਹੋਏ ਨੇ। 21 ਦਾ ਮਤਲਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੁੱਲ 21 ਸਵਈਏ ਇੱਥੇ ਪੂਰਨ ਹੋ ਗਏ ਨੇ। 9 ਦਾ ਅਰਥ ਸ਼ੁਰੂਆਤ ਦੇ ਵਿੱਚ 1386 ਪੰਨੇ ਤੋਂ 9 ਸਵਈਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤੇ 11 ਸਵਈਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇ। ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਭੱਟਾਂ ਦੇ ਸਵਈਏ 10 ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਦੇ ਸਵਈਏ ਭੱਟਾਂ ਦੇ 10 ਨੇ। 22 ਸਵਈਏ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ ਨੇ। 60 ਸਵਈਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਨੇ। ਆ 21 ਸਵਈਏ ਪੰਚਮ ਪਾਤਸ਼ਾਹ ਦੇ ਆ ਹੀ ਗਏ ਨੇ। ਤੇ ਆ ਜਿਹੜੇ ਪਿਛਲੇ ਸਵਈਏ ਨੇ 9 ਤੋਂ ਲੈ ਕੇ 60 ਤੱਕ, ਇਹਨਾਂ ਦੀ ਟੋਟਲ ਗਿਣਤੀ 122 ਹੈ। 122 ਦੇ ਵਿੱਚ ਜਦੋਂ ਅਸੀਂ 121 ਪੰਚਮ ਪਾਤਸ਼ਾਹ ਦੇ ਸਵਈਏ ਵੀ ਮਿਲਾ ਲੈਂਦੇ ਆ, ਇਹ ਬਣ ਜਾਂਦੇ ਨੇ 143। ਭਾਵ 123 ਸਵਈਏ ਉਹ ਭੱਟਾਂ ਦੇ ਉਚਾਰੇ ਨੇ ਤੇ 20 ਸਵਈਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰੇ ਹੋਏ ਨੇ। ਤੇ ਇਹ ਜਿਹੜੇ ਭੱਟ ਹੈ ਨੇ, ਮੈਂ ਇੱਕ ਵਾਰ ਫਿਰ ਆਪ ਜੀ ਨਾਲ ਇਹ ਸਾਂਝ ਪਾ ਦਿਆਂ। ਇੱਥੇ ਸਾਰੀ ਡਿਟੇਲ ਆਈ ਗਈ ਹੈਗੀ ਹੈ, ਆਪ ਜੀ ਦੇਖ ਸਕਦੇ ਹੋ। ਭੱਟ ਕਲਸਹਾਰ ਦੇ 54, ਭੱਟ ਜਾਲਪ ਦੇ 5, ਭੱਟ ਕੀਰਤ ਦੇ 8, ਭੱਟ ਪਿੱਖੇ ਦੇ 2, ਭੱਟ ਸਲ ਦੇ 3, ਭੱਟ ਭਲ ਦਾ 1, ਭੱਟ ਨਲ ਦੇ 16, ਭੱਟ ਗਿਆਨ ਦੇ 13, ਭੱਟ ਮਥੁਰਾ ਦੇ 14, ਭੱਟ ਬਲ ਦੇ 5 ਤੇ ਭੱਟ ਹਰਬੰਸ ਦੇ 2। ਟੋਟਲ 123 ਸਵਈਏ ਭੱਟਾਂ ਦੇ ਨੇ ਤੇ 20 ਸਵਈਏ ਪੰਚਮ ਪਾਤਸ਼ਾਹ ਦੇ ਨੇ। ਟੋਟਲ 143 ਸਵਈਏ ਹਨ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਮੇਰੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।